ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਵਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਤੁਰਿਆ ਇੱਕ ਫਕੀਰ ਸੀ ਪੈਦਲ, ਤੁਰਿਆ ਇੱਕ ਫਕੀਰ ਸੀ ਪੈਦਲ, ਪਹੁੰਚਿਆ ਸ਼ਹਿਰਾਂ ਦੇਸ਼ਾਂ ਵਿੱਚ। ਤੁਰਿਆ ਇੱਕ ਫਕੀਰ ਸੀ ਪੈਦਲ, ਪਹੁੰਚਿਆ ਸ਼ਹਿਰਾਂ ਦੇਸ਼ਾਂ ਵਿੱਚ। ਜਿਹਨੇ ਪੜ੍ਹਨੇ ਪਾ ਦਿੱਤੇ ਜੋ ਲੁਕੇ ਸੀ ਢੋਂਗੀ ਭੇਸਾਂ ਵਿੱਚ। ਕਿਸੇ ਨੂੰ ਉੱਤਰ ਆਵੇ ਨਾ ਜੋ ਠੇਕੇਦਾਰ ਸੀ ਧਰਮਾਂ ਦੇ, ਕਿਸੇ ਨੂੰ ਉੱਤਰ ਆਵੇ ਨਾ ਜੋ ਠੇਕੇਦਾਰ ਸੀ ਧਰਮਾਂ ਦੇ। ਉਹਨੇ ਲੀਰੋ ਲੀਰ ਕਰਤੇ ਜੋ ਖੇਸ ਬੁਣੇ ਸੀ ਭਰਮਾਂ ਦੇ। ਜਿੱਥੇ ਹੋਵੇ ਕਰਮ ਕਾਂਡ ਤੇ ਉੱਥੇ ਹੀ ਬਾਬਾ ਬੋੜ ਗਿਆ, ਜਿੱਥੇ ਹੋਵੇ ਕਰਮ ਕਾਂਡ ਤੇ ਉੱਥੇ ਹੀ ਬਾਬਾ ਬੋੜ ਗਿਆ। ਮਾਨਵਤਾ ਦਾ ਬਣ ਕੇ ਸਾਰਥੀ ਸਿੱਧੇ ਰਾਹੀਂ ਮੋੜ ਗਿਆ। ਤੁਰਦਾ ਬਾਬਾ ਟੱਪ ਗਿਆ ਸਾਗਰ, ਤੁਰਦਾ ਬਾਬਾ ਟੱਪ ਗਿਆ ਸਾਗਰ। ਮਾਰੂ ਥਲ ਪਹਾੜਾਂ ਨੂੰ ਮਾਤ ਪਾ ਗਈ ਚਾਲ ਉਸਦੀ, ਮਾਤ ਪਾ ਗਈ ਚਾਲ ਉਸਦੀ। ਅੱਜ ਦੀਆਂ ਮਹਿੰਗੀਆਂ ਕਾਰਾਂ ਨੂੰ ਮਾਤ ਪਾ ਗਈ ਚਾਲ ਉਸਦੀ, ਅੱਜ ਦੀਆਂ ਮਹਿੰਗੀਆਂ ਕਾਰਾਂ ਨੂੰ। ਦੋਸਤੋ, ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 4 ਉਦਾਸੀਆਂ ਕੀਤੀਆਂ, ਜਾਣੀ ਕਿ 4 ਜਰਨੀਜ਼ ਕੀਤੀਆਂ। ਇਹ ਜਰਨੀਜ਼ ਉਹਨਾਂ ਨੇ ਕਿੱਥੇ ਤਿੱਬਤ, ਕਿੱਥੇ ਸ਼੍ਰੀਲੰਕਾ, ਕਿੱਥੇ ਮਿਡਲ ਈਸਟ, ਕਿੱਥੇ ਮੱਕਾ, ਪੂਰੀ ਦੁਨੀਆ ਦਾ ਭ੍ਰਮਣ ਕੀਤਾ। ਇਹ ਸਫ਼ਰ ਦੋਸਤੋ ਉਹਨਾਂ ਨੇ ਮਹਿਜ਼ ਇੱਕ ਸਫ਼ਰ ਕਰਨ ਦੇ ਲਈ ਹੀ ਨਹੀਂ ਕੀਤਾ, ਸਗੋਂ ਜਿਹੜੇ ਲੋਕ ਸਫ਼ਰ ਕਰ ਰਹੇ ਸੀ ਉਹਨਾਂ ਦੀਆਂ ਸਫਰਿੰਗਸ ਨੂੰ ਖਤਮ ਕਰਨ ਦੇ ਲਈ ਇਹ ਸਫ਼ਰ ਕੀਤਾ। ਉਹਨਾਂ ਨੂੰ ਸਿੱਧੇ ਰਾਹ ਪਾਇਆ, ਸਹੀ ਰਾਹ ਦਿਖਾਈ। ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੱਕ ਤੇ ਸੱਚ ਤੇ ਚੱਲਣ ਦਾ ਉਪਦੇਸ਼ ਦਿੱਤਾ, ਤੇ ਸਿਰਫ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਆਪ ਵੀ ਉਸ ਰਾਹ ਤੇ ਚੱਲ ਕੇ ਦਿਖਾਇਆ। ਦੋਸਤੋ, ਉਹਨਾਂ ਨੇ ਸਾਨੂੰ ਆਪਣੇ ਜੀਵਨ ਦੇ ਵਿੱਚ ਮੋਟੀਵੇਟ ਕਰਨ ਦੇ ਲਈ, ਸਾਨੂੰ ਜੀਵਨ ਜੀਣ ਦੇ ਲਈ ਕੁਝ ਪ੍ਰਿੰਸੀਪਲ ਦਿੱਤੇ, ਬੜੇ ਹੀ ਸਿੰਪਲ ਕਹਿ ਲਓ ਵੀ ਲਾਈਫ ਦੇ ਮੰਤਰ ਦਿੱਤੇ ਕਿ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਤੇ ਇਹ ਸਿਰਫ ਉਹਨਾਂ ਨੇ ਸਾਨੂੰ ਦੱਸੇ ਹੀ ਨਹੀਂ, ਆਪ ਵੀ ਜੀ ਕੇ ਦਿਖਾਏ, ਆਪ ਵੀ ਖੇਤੀ ਕੀਤੀ, ਆਪ ਵੀ ਨਾਮ ਜਪਿਆ ਤੇ ਆਪ ਵੀ ਵੰਡ ਕੇ ਛਕਿਆ। ਤੇ ਗੁਰੂ ਨਾਨਕ ਦੇਵ ਜੀ ਦੀ ਹੁਣ ਇਸੇ ਹੀ ਫਿਲੋਸਫੀ ਤੇ ਬੇਸਡ ਕਲਗੀਧਰ ਟਰਸਟ ਯੂਕੇ ਇੱਕ ਚੈਰਿਟੀ ਵਾਕ ਲੈ ਕੇ ਆਇਆ ਹੈ, ਜਿਹਨੂੰ ਕਿ ਨਾਮ ਦਿੱਤਾ ਹੈ ਵਾਕ ਟੂ ਸੇਵ ਦਾ। ਤੇ ਆਓ ਇਹ ਐਪੀਸੋਡ ਸਾਡਾ ਉਸ ਵਾਕ ਟੂ ਸੇਵ ਤੇ ਹੀ ਬੇਸਡ ਰਹੇਗਾ। ਤੇ ਸਭ ਤੋਂ ਪਹਿਲਾਂ ਆਓ ਸਵਾਗਤ ਕਰਦੇ ਹਾਂ ਸਾਡੇ ਨਾਲ ਜੁੜ ਚੁੱਕੇ ਮਹਿਮਾਨਾਂ ਦਾ, ਜੋ ਕਿ ਹਨ ਸਰਦਾਰ ਰਣਵੀਰ ਸਿੰਘ ਜੀ ਅਟਵਾਲ, ਟਰਸਟੀ ਕਲਗੀਧਰ ਟਰਸਟ ਯੂਕੇ, ਤੇ ਨਾਲ ਸੰਪਟ ਕੌਰ ਜੀ ਬਰਮਿੰਗਮ ਤੋਂ, ਜੋ ਕਿ ਵਾਈਫ ਹਨ ਮਿਸਟਰ ਰਾਏ ਜੀ ਦੇ, ਜੋ ਕਿ ਟਰਸਟੀ ਹਨ ਕਲਗੀਧਰ ਟਰਸਟ ਯੂਕੇ ਦੇ। ਤੇ ਇਹਨਾਂ ਦੇ ਜੋ ਪਿਤਾ ਜੀ ਸਨ ਉਹ ਫਾਊਂਡਰ ਟਰਸਟੀ ਸਨ ਬੜੂ ਸਾਹਿਬ ਜੀ ਦੇ। ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਜੀ, ਵੈਸੇ ਹੀ ਅੱਜ ਕੱਲ੍ਹ ਜੇ ਅਸੀਂ ਦੇਖੀਏ ਤਾਂ ਇਨਸਾਨ ਘੱਟ ਤੁਰਦਾ ਹੈ, ਕਿਉਂਕਿ ਮੋਟਰਾਂ ਗੱਡੀਆਂ ਕਰਕੇ, ਤੇ ਚਲੋ ਰੁਝੇਵੇਂ ਵੀ ਉਸ ਤਰ੍ਹਾਂ ਦੇ ਹੈ, ਪਰ ਫਿਰ ਵੀ ਟਾਈਮ ਕੱਢ ਕੇ ਇਨਸਾਨ ਨੂੰ ਪੈਦਲ ਤਾਂ ਥੋੜ੍ਹਾ ਜਿਹਾ ਤੁਰਨਾ ਹੀ ਚਾਹੀਦਾ। ਸਾਡੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ, ਅਸੀਂ ਸੁਣਦੇ ਹੁੰਦੇ ਸੀਗੇ ਕਿੰਨੇ ਕਿੰਨੇ ਮਾਈਲ ਉਹਨਾਂ ਨੇ ਕਿਤੇ ਵੀ ਜਾਣਾ ਤਾਂ ਉਹ ਪੈਦਲ ਹੀ ਜਾਂਦੇ ਹੁੰਦੇ ਸੀ। ਸਾਡੇ ਨਾਲੋਂ ਜ਼ਿਆਦਾ ਡਾਕਟਰ ਵੀ ਐਂਡ 'ਚ ਹੁਣ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਕਹਿੰਦੇ ਵਾਕ ਕਰੋ, ਇੰਨੇ ਕਿਲੋਮੀਟਰ ਰੋਜ਼ ਵਾਕ ਕਰੋ। ਕਿੰਨਾ ਸਿੰਪਲ ਹੈ, ਬਟ ਪੈਦਲ ਤੁਰਨਾ ਸਾਨੂੰ ਚਾਹੀਦਾ। ਕੀ ਕਹਿਣਾ ਚਾਹੋਗੇ? ਬੱਬਲ ਸਾਹਿਬ, ਸਭ ਤੋਂ ਪਹਿਲਾਂ ਤੇ ਥੈਂਕ ਯੂ ਕਿ ਸਾਡੀ ਟੀਮ ਦੇ ਵਿੱਚ ਅੱਜ ਵਾਧਾ ਹੋਇਆ ਜੀ। ਸਾਡੇ ਨਾਲ ਭੈਣ ਜੀ ਸੰਪਤ ਜੀ, ਜਿਨ੍ਹਾਂ ਨੂੰ ਬਹੁਤ ਵਾਰੀ ਅਸੀਂ ਤਾਕੀਦ ਕਰਦੇ ਰਹੇ ਤੇ ਸਾਡੇ ਨਾਲ ਆਓ ਜੀ, ਤੇ ਅੱਜ ਉਹ ਬੇਨਤੀ ਸਾਡੀ ਮੰਨ ਕੇ ਸਾਡੇ ਨਾਲ ਆਏ ਨੇ। ਹਾਂਜੀ, ਇਹਨਾਂ ਦੀ ਫੈਮਿਲੀ ਦਾ ਬਹੁਤ ਬੜਾ ਯੋਗਦਾਨ ਹੈ। ਬੜੂ ਸਾਹਿਬ ਟਰਸਟ, ਇਹਨਾਂ ਦੇ ਪਿਤਾ ਜੀ ਡਾਕਟਰ ਗੁਰਬਖਸ਼ ਸਿੰਘ ਜੀ ਬਾਬਾ ਜੀ ਦੇ ਕਲਾਸ ਫੈਲੋ ਤੇ ਉਹਨਾਂ ਦੇ ਫਾਊਂਡਰ ਟਰਸਟੀ ਸੀ ਕਲਗੀਧਰ ਟਰਸਟ ਦੇ। ਤੋ ਇਹਨਾਂ ਦਾ ਬਹੁਤ ਬਹੁਤ ਸ਼ੋਅ ਦੇ ਵਿੱਚ ਸਵਾਗਤ ਹੈ। ਬਾਕੀ ਤੁਸੀਂ ਗੁਰੂ ਨਾਨਕ ਦੇਵ ਜੀ ਬਾਰੇ ਤਾਂ ਜਿੰਨੀਆਂ ਲਾਈਨਾਂ ਤੁਸੀਂ ਮੈਂ ਕਹਿੰਦਾ ਕਹਿ ਦਿੱਤੀਆਂ, ਤੇ ਉਹ ਤੋਂ ਬਾਹਰ ਤੇ ਕੁਝ ਰਹਿ ਨਹੀਂ ਜਾਂਦਾ। ਪਰ ਤੁਹਾਡੇ ਕੁਐਸਚਨ ਤੇ ਅਸੀਂ ਆਉਂਦੇ ਹਾਂ ਸਿੱਧਾ ਹੀ ਕਿ ਦੇਖੋ, ਅਸੂਲ ਤੇ ਬੜੀ ਅਸੂਲ ਲਾਈਨ ਦੇ ਹੁੰਦੇ ਆ, ਅਸੂਲ ਬੜੇ ਸਿੰਪਲ ਹੁੰਦੇ, ਪਰ ਉਹਨਾਂ ਨੂੰ ਪਵਾਉਣ ਵਾਸਤੇ ਤੁਹਾਡੀਆਂ ਲਾਈਫਾਂ ਵੀ ਘਟ ਜਾਂਦੀਆਂ ਨੇ ਜੀ। ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਕਿੰਨਾ ਸਿੰਪਲ ਜਿਹਾ, ਬੜੀ ਕਾਮਨ ਸੈਂਸ ਵਾਲੀ ਗੱਲ ਹੈ। ਹੁਣ ਤੁਸੀਂ ਉਹਦੇ ਜੀ ਹਾਂਜੀ
ਆਪਣਾ ਜਿਹੜੀ ਗੱਲ ਕੀਤੀ ਹੈ ਵੋਕ ਵਾਸਤੇ ਗੱਲ ਕੀਤੀ ਹੈ ਕਿ ਉਹ ਤਾਂ ਹੈ ਕਿ ਤੁਹਾਡਾ ਜਿਹੜਾ ਸਰੀਰ ਹੈ ਉਹ ਇੱਕ ਇੱਕ ਜੀ ਇੱਕ ਇੱਕ ਤਰ੍ਹਾਂ ਦਾ ਮੰਦਿਰ ਹੈ ਜਿਹਦੇ ਵਿੱਚ ਪਰਮਾਤਮਾ ਦਾ ਵਾਸ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੋ ਜਦੋਂ ਜੀ ਅਸੀਂ ਉਸ ਗੱਲ ਤੋਂ ਦੇਖੀਏ ਕਿ ਸਾਡਾ ਜਿੰਨੀ ਵੀ ਸਾਡੀ ਕੋਸ਼ਿਸ਼ ਹੋ ਜਾਏ ਇਸ ਸਰੀਰ ਨੂੰ ਤੰਦਰੁਸਤ, ਹੈਲਥੀ ਤੇ ਐਕਟਿਵ ਜਿੰਨਾ ਵੀ ਹੋ ਸਕੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਤੇ ਇਸੇ ਲੜੀ ਦੇ ਵਿੱਚ ਇਹ ਅਸੀਂ ਕੋਸ਼ਿਸ਼ ਕੀਤੀ ਕਿ ਰੀਬੂਟ ਪੰਜਾਬ ਦੇ ਵਿੱਚ ਜੋ ਕਲਗੀਧਰ ਟਰੱਸਟ ਇੱਕ ਇਸ ਤਰ੍ਹਾਂ ਦੀ ਚੈਰਿਟੀ ਹੈ ਜੋ ਕਿ ਇਸ ਵੇਲੇ ਪੰਜਾਬ ਨੂੰ ਬਚਾਉਣ ਵਾਸਤੇ ਪੂਰੀ ਤਤਪਰ ਹੈ ਤੇ ਉਹਨਾਂ ਦੇ ਪਿੱਛੇ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਲੈ ਕੇ ਉਹ ਤੋਂ ਬਾਅਦ ਸੰਤ ਤੇਜਾ ਸਿੰਘ ਜੀ, ਬਾਬਾ ਇਕਬਾਲ ਸਿੰਘ ਜੀ ਆਪਣਾ ਪੂਰਾ ਜੀਵਨ ਉਹਨਾਂ ਨੇ ਇਸ ਮਿਸ਼ਨ ਨੂੰ ਡਿਵੈਲਪ ਕਰਨ ਦੇ ਵਿੱਚ ਲਾ ਦਿੱਤਾ। ਜੀ ਕੁਰਬਾਨੀ ਹੈ ਉਹਨਾਂ ਦੀ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮਿਸ਼ਨ ਨੂੰ ਸਮਝੀਏ। ਮਿਸ਼ਨ ਤੇ ਇੱਕੋ ਹੀ ਹੈ, ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਜਿਹੜਾ ਕਿ ਸਾਡਾ ਸਿੱਖ ਪੰਥ ਦਾ ਮਿਸ਼ਨ ਹੈ। ਉਹਨੂੰ ਅਸੀਂ ਨਾ ਭੁੱਲੀਏ, ਉਸੇ ਰਾਹ ਤੇ ਅਸੀਂ ਚੱਲੀਏ। ਤੇ ਉਹ ਚੀਜ਼ਾਂ ਸਾਰੀਆਂ ਰਿਮਾਈਂਡ ਕਰਾਉਣ ਵਾਸਤੇ ਇਹ ਜਿਹੜੀ ਵੋਕ ਟੂ ਸੇਵ ਦਾ ਪ੍ਰੋਗਰਾਮ ਅਸੀਂ ਲੈ ਕੇ ਆਏ ਹਾਂ ਕਲਗੀਧਰ ਟਰੱਸਟ ਵੱਲੋਂ। ਇਹਦਾ ਮਕਸਦ ਸਾਡਾ ਇਹੋ ਹੀ ਹੈ ਕਿ ਆਪਣੀ ਸਿਹਤ ਤੇ ਬਿਲਕੁਲ 100% ਉਹਦਾ ਧਿਆਨ ਰੱਖਣਾ ਚਾਹੀਦਾ। ਵੋਕ ਤੇ ਦੇਖੋ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਨੈਚੁਰਲੀ ਵੋਕ ਜੋ ਵੀ ਕੰਮਕਾਰ ਆਪਣਾ ਖੇਤੀਬਾੜੀ ਦਾ ਲੈ ਲਓ, ਕੋਈ ਵੀ ਲੈ ਲਓ, ਉਹਦੇ 'ਚ ਐਕਟੀਵਿਟੀ ਬਹੁਤ ਹੁੰਦੀ ਸੀਗੀ। ਹੁਣ ਇਹ ਹੈ ਕਿ ਇਹ ਇੱਕ ਸਿੰਬੋਲਿਕ ਵੋਕ ਤੇ ਸਿੰਬੋਲਿਕ ਹੈ, ਪਰ ਉਹ ਜਿਹੜਾ ਸਿਹਤ ਵਾਲਾ ਧਿਆਨ ਉਹਦਾ ਰੱਖਣਾ ਚਾਹੀਦਾ ਸਾਰਿਆਂ ਨੂੰ। ਇਹ ਨਾਲ ਹੈ ਕਿ ਅਸੀਂ ਸਾਰੇ ਇੱਕ ਤਰ੍ਹਾਂ ਦੀ ਜਿੱਦਾਂ ਕਨਸੈਪਚੁਅਲ ਸੋਲੀਡੈਰਿਟੀ ਹੈ ਕਿ ਅਸੀਂ ਇੱਕ ਮਿਸ਼ਨ ਦੇ ਥੱਲੇ, ਇੱਕ ਝੰਡੇ ਦੇ ਥੱਲੇ, ਇੱਕ ਮਕਸਦ ਦੇ ਥੱਲੇ ਇਕੱਠੇ ਹੋ ਕੇ ਸਾਰੇ ਕੋਈ ਸਟੈਪ ਲਈਏ ਤੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਨਵੀਂ ਸੇਧ ਮਿਲੇ। ਚਾਹਾਂ ਕਿ ਪੁਰਾਣੇ ਬਜ਼ੁਰਗਾਂ ਦੀ ਤਾਂ ਚਲੋ ਦੂਰ ਦੀ ਗੱਲ ਹੈ, ਮੈਂ ਆਪਣੇ ਬਜ਼ੁਰਗਾਂ ਦੀ ਬਾਬਾ ਇਕਬਾਲ ਸਿੰਘ ਜੀ ਦੀ ਗੱਲ ਕਰ ਰਿਹਾ ਕਿ ਜਦੋਂ ਇਹ ਬੜੂ ਸਾਹਿਬ ਪਿੰਡ ਵੀ ਨਹੀਂ ਖਰੀਦਿਆ ਮਿਸ਼ਨ ਵਾਸਤੇ, ਕਲਗੀਧਰ ਟਰੱਸਟ ਸ਼ੁਰੂ ਕਰਨ ਵਾਸਤੇ, ਉਹਨਾਂ ਦੀ ਐਵਰੇਜ ਪਹਾੜਾਂ ਦੇ ਵਿੱਚ ਐਵਰੇਜ ਉਹਨਾਂ ਦੀ ਚੱਲਣ ਦੀ ਸੀਗੀ 50 ਕਿਲੋਮੀਟਰ ਐਵਰੀ ਡੇ। ਕੀ ਬਾਤ ਹੈ। ਤੋ ਇਸੇ ਕਰਕੇ ਉਹਨਾਂ ਦੀ ਹੈਲਥ ਹੈ ਇਸ ਵੇਲੇ 96 ਦੀ ਏਜ ਦੇ ਵਿੱਚ ਵੀ ਉਹ ਆਪਣਾ ਪੂਰਾ ਪੰਥਕ ਏਜੰਡਾ ਦੇ ਉੱਤੇ ਡਟੇ ਹੋਏ ਹਨ ਜੀ। ਤੋ ਦੇਖੋ ਬੜਾ ਸਿੰਪਲ ਗੁਰਬਾਣੀ ਦਾ ਸਾਡਾ ਜੋ ਗਿਆਨ ਹੈ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਜੀ। ਤੋ ਇਹ ਜਿਹੜਾ ਸਾਡਾ ਜੋਤ ਸਰੂਪ ਸਾਡਾ ਮੂਲ ਹੈ ਤੇ ਇਹ ਜਿਹੜਾ ਸਾਡਾ ਸਰੀਰ ਹੈ ਇੱਕ ਤਰ੍ਹਾਂ ਦਾ ਇੱਕ ਚੱਲਦਾ ਫਿਰਦਾ ਗੁਰਦੁਆਰਾ ਹੈ ਜੀ। ਬਿਲਕੁਲ ਅੰਦਰ ਹੈ ਜਿਹਦੇ ਵਿੱਚ ਪਰਮਾਤਮਾ ਦਾ ਵਾਸ ਹੈ ਜੀ। ਵੱਡੀ ਫਿਲਾਸਫੀ ਹੈ ਤੇ ਇਹਨੂੰ ਆਪਣੇ ਸਰੀਰ ਨੂੰ ਫਿੱਟ ਰੱਖਣਾ, ਤੰਦਰੁਸਤ ਰੱਖਣਾ, ਉਹਦੇ ਲਈ ਤੁਸੀਂ ਵੋਕ ਕਰਦੇ ਹੋ, ਐਕਸਰਸਾਈਜ਼ ਕਰਦੇ ਹੋ, ਕੁਝ ਵੀ ਕਰਦੇ ਹੋ, ਇਹ ਤੇ ਸਾਡੀ ਹਰ ਇੱਕ ਇਨਸਾਨ ਦੀ ਇੱਕ ਪ੍ਰਾਈਮ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਜੀ। ਅੱਜਕੱਲ੍ਹ ਅਸੀਂ ਸਾਡੀ ਕਮਿਟਮੈਂਟਸ ਇੰਨੀਆਂ ਜ਼ਿਆਦਾ ਹੈਗੀਆਂ ਕਿ ਅਸੀਂ ਇਸ ਪਾਸਿਓਂ ਹੈਲਥ ਵਾਲੇ ਨੂੰ ਇਗਨੋਰ ਕਰਕੇ ਹੋਰ ਕਮਿਟਮੈਂਟਸ ਦੇ ਵਿੱਚ ਅਸੀਂ ਜ਼ਿਆਦਾ ਫਸ ਜਾਂਦੇ ਹਾਂ। ਸੋ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਾਨੂੰ ਆਪਣਾ ਵੋਕ ਇਜ਼ ਵਨ ਆਫ ਦਾ ਈਜ਼ੀਐਸਟ ਐਕਸਰਸਾਈਜ਼ ਜੋ ਕਿ ਅਸੀਂ ਕਰ ਸਕਦੇ ਹਾਂ। ਕੋਈ ਉਹਦੇ 'ਚ ਜ਼ਿਆਦਾ ਕਮਿਟਮੈਂਟ ਨਹੀਂ ਹੈ, ਉਹਦੇ 'ਚ ਸਿਰਫ ਅਸੀਂ ਆਪਣੀ ਵੀ ਜਸਟ ਨੀਡ ਟੂ ਗੈਟ ਆਵਰ ਪ੍ਰਾਇਓਰਟੀਜ਼ ਰਾਈਟ ਕਿ ਅਸੀਂ ਐਵਰੇਜ ਹੈ, ਜੇ ਤੁਹਾਡੀ ਹੋਰ ਕੋਈ ਐਕਸਰਸਾਈਜ਼ ਨਹੀਂ ਹੈ ਏਜ ਦੇ ਹਿਸਾਬ ਦੇ ਨਾਲ ਅਸੀਂ 5 ਕਿਲੋਮੀਟਰ ਰੋਜ਼ ਜ਼ਰੂਰ ਚਲੀਏ, ਡਾਕਟਰ ਸਟੈਂਡਰਡ ਰეკਮੈਂਡੇਸ਼ਨ ਹੈ। ਬਿਲਕੁਲ ਅਟਵਾਲ ਜੀ, ਮੈਂ ਸਹਿਮਤ ਹਾਂ ਜੀ ਤੁਹਾਡੇ ਨਾਲ ਕਿਉਂਕਿ ਦੇਖੋ ਵੱਡੀਆਂ ਵੱਡੀਆਂ ਵੀ ਜਿਹੜੀਆਂ ਬਿਮਾਰੀਆਂ ਨੇ, ਕਈ ਵਾਰ ਜਦੋਂ ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ ਵੀ ਵੱਧ ਘੱਟ ਜਾਂਦਾ, ਡਾਕਟਰ ਕੀ ਕਹਿੰਦੇ ਆ ਕਿ ਸਿੰਪਲ ਚੀਜ਼ ਹੈ ਕਿ ਤੁਸੀਂ ਵਾਕ ਕਰੋ, ਹੈ ਨਾ ਜੀ, ਰਾਤ ਨੂੰ ਵਾਕ ਕਰੋ ਟਾਈਮ ਕੱਢ ਕੇ, ਹੈ ਨਾ ਜੀ, ਬੜੀ ਸਿੰਪਲ ਚੀਜ਼ ਹੈ ਬਟ ਬੜੀ ਇਫੈਕਟਿਵ ਹੈ। ਤੇ ਮੈਂ ਗੱਲ ਅਗਲੀ ਇਹ ਕਰਨਾ ਚਾਹੁੰਦਾ ਕਿ ਕਲਗੀਧਰ ਟਰੱਸਟ ਟਾਈਮ ਤੇ ਡਿਫਰੈਂਟ ਇਵੈਂਟ ਜੋ ਹੈ ਲੈ ਕੇ ਆਉਂਦਾ ਰਹਿੰਦਾ ਸੰਗਤਾਂ ਦੇ ਲਈ, ਤੇ ਇਸ ਵਾਰ ਤੁਸੀਂ ਲੈ ਕੇ ਆਏ ਹੋ ਇੱਕ ਚੈਰਿਟੀ ਵਾਕ ਜਿਹਨੂੰ ਕਿ ਨਾਮ ਦਿੱਤਾ ਹੈ ਵਾਕ ਟੂ ਸੇਵ। ਸੋ ਮੈਂ ਚਾਹੁੰਦਾ ਤੁਸੀਂ ਥੋੜੀ ਜਿਹੀ ਡਿਟੇਲ ਦੇ ਵਿੱਚ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਵਾਕ ਟੂ ਸੇਵ ਕੀ ਹੈ, ਮਤਲਬ ਇਹਦੇ 'ਚ ਕੀ ਐਕਟੀਵਿਟੀਜ਼ ਹੋਊਗੀਆਂ, ਕਿਸ ਤਰ੍ਹਾਂ ਪਾਰਟਿਸਿਪੇਟ ਹੋਊਗਾ, ਤੇ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਹਾਂਜੀ, ਮੈਂ ਦੱਸਦਾ ਜਾਵਾਂ ਕਿ ਬਾਬਾ ਇਕਬਾਲ ਸਿੰਘ ਜੀ ਜੋ ਇਸ ਵੇਲੇ ਕਲਗੀਧਰ ਟਰੱਸਟ ਦੇ ਪ੍ਰੈਜ਼ੀਡੈਂਟ ਨੇ, ਇਹ ਮਿਸ਼ਨ ਆਪਣੇ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਤੇ ਫਿਰ ਬਾਬਾ ਇਕਬਾਲ ਸਿੰਘ ਜੀ। ਅਸੀਂ ਜਦੋਂ ਵੀ ਉਹਨਾਂ ਨੂੰ ਮਿਲੇ ਤੇ ਬਾਬਾ ਜੀ ਇਹਨਾਂ ਚੀਜ਼ਾਂ 'ਚ ਬਹੁਤਾ ਵਿਸ਼ਵਾਸ ਨਹੀਂ ਰੱਖਦੇ ਸੀ ਕਿ ਅਸੀਂ ਬਹੁਤੀ ਪਬਲਿਸਿਟੀ ਮੀਡੀਆ ਦੇ ਵਿੱਚ ਜਾਈਏ। ਉਹਨਾਂ ਦਾ ਵਿਸ਼ਵਾਸ ਸੀ ਕਿ ਸਾਡਾ ਕੰਮ ਹੀ ਇੱਕ ਦਿਨ ਬੋਲੇਗਾ ਜੀ। ਤੇ ਉਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਤੇ ਉਹ ਬਿਲਕੁਲ ਜੋ ਉਹਨਾਂ ਦੇ 130 ਸਕੂਲਾਂ 'ਚੋਂ ਸਟੂਡੈਂਟ ਆ ਰਹੇ ਨੇ, ਜਿਸ ਤਰ੍ਹਾਂ ਸਪਰੈਡ ਹੋ ਰਹੇ ਨੇ, ਉਹ ਵੀ ਇੱਕ ਤਰ੍ਹਾਂ ਦੇ ਚੱਲਦੇ ਗੁਰਦੁਆਰੇ ਨੇ। ਉਹ ਮੈਸੇਜ ਜੋ ਮਿਸ਼ਨ ਦਾ ਆਟੋਮੈਟਿਕਲੀ ਉਹਨਾਂ ਦੇ ਥਰੂ ਜਾ ਹੀ ਰਿਹਾ ਹੈ। ਪਰ ਇਹ ਜੋ ਸਿਚੁਏਸ਼ਨ ਹੈ, ਅਸੀਂ ਵੋਕ ਟੂ ਸੇਵ ਦਾ ਜਿਹੜਾ ਆਈਡੀਆ ਹੈ ਉਹ ਇਹ ਹੈ ਕਿ ਮਿਸ਼ਨ ਇੰਨਾ ਪਿਓਰ ਹੈ, ਇੰਨਾ ਵੱਡਾ ਹੈ, ਇੰਨਾ ਇੰਪੋਰਟੈਂਟ ਹੈ, ਤੇ ਨਾਲ ਦੀ ਨਾਲ ਜਿਹੜੇ ਚੈਲੰਜਸ ਹੁਣ ਇੰਨੇ ਜ਼ਿਆਦਾ ਵੱਧ ਗਏ ਨੇ। ਕੰਪੀਟੀਸ਼ਨ, ਕੋਵਿਡ-19 ਦਾ ਜੋ ਨਵਾਂ ਚੈਲੰਜ ਹੈ ਪੂਰੀ ਦੁਨੀਆ ਨੂੰ ਵਕਤ ਵਿੱਚ ਪਾਇਆ ਹੋਇਆ ਹੈ।
ਤੋ ਉਹਨੂੰ ਡੀਲ ਕਰਨ ਵਾਸਤੇ ਜਿਹੜਾ ਵੋਕ ਟੂ ਸੇਵ ਦਾ ਪ੍ਰੋਗਰਾਮ ਕਲਗੀਧਰ ਟਰੱਸਟ, ਵੈਸੇ ਜਦੋਂ ਤੋਂ ਹੈ ਮੀਡੀਆ ਦੇ ਵਿੱਚ ਅਸੀਂ ਇਨਵੋਲਵ ਹੋਏ ਹਾਂ, ਸੰਗਤ ਟੀਵੀ ਤੇ ਹੋਰ ਮੀਡੀਆ ਦੇ ਵਿੱਚ, ਸਾਡੀ ਤੇ ਬਾਬਾ ਜੀ ਨੂੰ ਇਹ ਬੇਨਤੀ ਸੀ ਕਿ ਜਿਹੜਾ ਵੀ ਚੰਗਾ ਕੰਮ ਆਰਗੇਨਾਈਜੇਸ਼ਨ ਕਰ ਰਹੀ ਹੈ ਉਹਦੇ ਸਾਨੂੰ ਇਹ ਬਿਲਕੁਲ ਉਹਨੂੰ ਪਬਲਿਸਾਈਜ਼ ਕਰਨਾ ਚਾਹੀਦਾ, ਕਿਉਂਕਿ ਸਾਡੀ ਸੰਗਤ ਟੀਵੀ ਤੇ ਹੈ ਵੀ ਵੈਸੇ ਚੈਰਿਟੀ ਕਮਰਸ਼ੀਅਲ ਸੈਟਅਪ ਨਹੀਂ ਹੈਗਾ। ਜੋ ਚੀਜ਼ ਚੰਗੀ ਹੈ, ਜੋ ਕਿ ਇਨਸਾਨੀਅਤ ਦੇ ਲਈ ਸੱਚ ਅਤੇ ਹੱਕ ਦਾ ਹੋਕਾ ਜੋ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਉਹੀ ਹੋਕਾ ਦੇਣ ਵਾਸਤੇ ਸਾਡਾ ਮੇਨ ਮਕਸਦ ਹੈ। ਤੇ ਬਾਬਾ ਜੀ ਬੜੇ ਖੁਸ਼ੀ ਮੰਨ ਗਏ ਵੀ ਚਲੋ ਤੁਸੀਂ ਕਰੋ, ਹਨਾ। ਸੋ ਇਹ ਸਾਡਾ ਮਕਸਦ ਹੈ ਕਿ ਇਹ ਜਿਹੜਾ ਮਿਸ਼ਨ ਹੈ ਕਲਗੀਧਰ ਟਰੱਸਟ, ਇਹਨੂੰ ਘਰ ਘਰ ਦੇ ਵਿੱਚ ਪਹੁੰਚਾਇਆ ਜਾਵੇ। ਮਿਸ਼ਨ ਇੰਨਾ ਪਿਓਰ ਹੈ ਕਿ ਜੋ ਇਹ ਜਿਹੜਾ ਸਾਡਾ ਮਨੋਰਥ ਹੈ ਇਸ ਵੇਲੇ ਵੋਕ ਟੂ ਸੇਵ ਦਾ ਇਹੋ ਹੀ ਹੈ ਕਿ ਸੇਵ ਕੀ ਕਰਨਾ ਸੀ, ਅਸੀਂ ਹੁਣ ਸੇਵ ਕਰਨਾ ਹੈਗਾ ਸੁਸਾਇਟੀ, ਸੇਵ ਕਰਨੀ ਹੈਗੀ ਹੈ ਵੈਲਿਊਜ਼, ਤੋਂ ਸੇਵ ਕਰਨਾ ਹੈਗਾ ਆਪਣੀ ਜੋ ਕਿ ਟਾਈਮ ਗਲਤ ਪਾਸੇ ਨਾ ਜਾਏ, ਉਹ ਸਹੀ ਪਾਸੇ ਲੱਗ ਜਾਏ ਜੀ। ਟੂ ਸੇਵ ਦਾ ਆਈਡੀਆ ਇਹੋ ਹੀ ਹੈ ਕਿ ਅਸੀਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪੂਰੀ ਮਾਨਵਤਾ ਨੂੰ ਇੱਕ ਹੋਕਾ ਦਿੱਤਾ, ਸੱਚ ਅਤੇ ਹੱਕ ਦਾ ਇੱਕ ਰਾਹ ਦਿਖਾਇਆ, ਉਹ ਆਪਣੇ ਜੀਵਨ ਕਾਲ ਦੇ ਵਿੱਚ 28,000 ਕਿਲੋਮੀਟਰ ਚੱਲੇ। ਬਿਲਕੁਲ। ਸੋ ਸਾਡਾ ਵੋਕ ਟੂ ਸੇਵ ਦਾ ਅਸੀਂ ਇਹੀ ਮਕਸਦ ਰੱਖਿਆ ਕਿ ਅਸੀਂ ਸਾਰਿਆਂ ਨੇ, ਜਿੰਨੇ ਵੀ ਵਰਲਡ ਵਾਈਡ ਆਪਣੀ ਸੰਗਤ ਹੈ ਕਲਗੀਧਰ ਟਰੱਸਟ ਨਾਲ ਜੁੜੇ ਹੋਏ ਨੇ, ਸਾਰਿਆਂ ਨੇ ਮਿਲ ਕੇ ਆਪਣੇ ਹੋਰ ਰਿਸ਼ਤੇਦਾਰ ਸਕੇ ਸੰਗੀਆਂ ਨੂੰ ਨਾਲ ਜੋੜ ਕੇ ਮਿਨੀਮਮ ਹੈ 28,000 ਕਿਲੋਮੀਟਰ ਕਲੈਕਟਿਵਲੀ ਅਸੀਂ ਕਰਨਾ ਹੈ 28 ਡੇਜ਼ ਦੇ ਵਿੱਚ। ਸੋ ਇਟਸ ਈਜ਼ੀ ਟੂ ਰਿਮੈਂਬਰ 28,000 ਕਿਲੋਮੀਟਰਸ ਇਨ 28 ਡੇਜ਼, ਸਟਾਰਟਿੰਗ 1st of August and finishing on 28th of August. So 28,000 ਕਿਲੋਮੀਟਰ ਤੇ ਇਹ ਸਿੰਬੋਲਿਕ ਹੈ ਟੂ ਰਿਮੈਂਬਰ ਦ ਮੈਸੇਜ ਗੁਰੂ ਨਾਨਕ ਦੇਵ ਜੀ। ਪਰ ਮੈਂ ਤੇ ਚਾਹੁੰਦਾ ਕਿ ਜਿੰਨੀ ਵੀ ਜ਼ਿਆਦਾ ਤੋਂ ਜ਼ਿਆਦਾ ਸੰਗਤ ਇਹਦੇ ਵਿੱਚ ਜੁੜੇ, ਟਾਰਗੇਟ ਲੱਖਾਂ ਦੇ ਵਿੱਚ, ਕਰੋੜਾਂ ਦੇ ਵਿੱਚ, ਮਾਲ ਦੇ ਵਿੱਚ ਚਲੇ ਜਾਏ, ਤਾਂ ਕਿ ਨਾਨਕ ਦੇਵ ਜੀ ਦਾ ਮੈਸੇਜ ਘਰ ਘਰ ਪਹੁੰਚੇ। ਨਾਲ ਹੀ ਜਿਹੜੇ ਇਸ ਤਰ੍ਹਾਂ ਦੇ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦਾ ਮਕਸਦ ਹੀ ਇਹ ਹੈ ਕਿ ਅਸੀਂ ਜੋ ਗੁਰੂ ਨਾਨਕ ਦੇਵ ਜੀ ਨੇ ਸੱਚ ਜਿਹੜਾ ਕਿ ਕਦੀ ਪੁਰਾਣਾ ਨਹੀਂ ਹੁੰਦਾ, ਜਿਹਨੂੰ ਕਦੀ ਮੈਲ ਨਹੀਂ ਲੱਗਦੀ, ਉਹ ਸੱਚ ਜੀਵਨ ਦੇ ਵਿੱਚ ਲੈ ਕੇ ਆਈਏ। ਸੱਚ ਦਾ ਇੱਕ ਮੈਸੇਜ ਸਪਰੈਡ ਕਰਨ ਵਾਸਤੇ ਇਹ ਵੋਕ ਟੂ ਸੇਵ ਦਾ ਉਪਰਾਲਾ ਹੈ ਜੀ। ਇਹ ਸੰਗਤ ਅੱਗੇ ਬੇਨਤੀ ਹੈ ਹੱਥ ਜੋੜ ਕੇ, ਇਹਦੇ ਵਿੱਚ ਤੁਸੀਂ ਭਾਵੇਂ 1 ਕਿਲੋਮੀਟਰ ਹੀ ਚੱਲੋ, ਪਰ ਤੁਹਾਡੀ ਪਾਰਟੀਸਿਪੇਸ਼ਨ ਹੈ ਉਹ ਸਾਡੇ ਲਈ ਬਹੁਤ ਹੀ ਵੱਡੀ ਚੀਜ਼ ਹੈ। ਉਹ ਸਾਡੇ ਲਈ ਇੱਕ ਬੜਾ ਸਾਡਾ ਕੌਨਫੀਡੈਂਸ ਬੂਸਟ ਹੋਏਗਾ, ਤੇ ਨਾਲ ਤੁਸੀਂ ਇੱਕ ਆਰਗੇਨਾਈਜੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਨਾਲ ਦੀ ਨਾਲ ਗੁਰੂ ਨਾਨਕ ਦੇਵ ਜੀ ਦੇ ਜੋ ਬੇਸਿਕ ਵੈਲਿਊਜ਼, ਇੱਕ ਕਾਮਨ ਸੈਂਸ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਯੂ ਕੈਨ ਨੈਵਰ ਗੋ ਰੋਂਗ, ਸੋ ਦੈਟ ਇਜ਼ ਦ ਪ੍ਰਾਈਮ ਸੋਰਸ ਫॉर ਯੂਰ ਹੈਪੀਨੈਸ। ਉਹਨਾਂ ਚੀਜ਼ਾਂ ਵੱਲ ਧਿਆਨ ਬਹੁਤ ਘੱਟ ਗਿਆ ਕਿ ਸਾਡੀ ਐਜੂਕੇਸ਼ਨ ਇਜ਼ ਮੋਰ ਔਨ ਐਕੈਡੈਮਿਕ ਸਾਈਡ। ਤੇ ਇਹ ਜਿਹੜੇ 130 ਸਕੂਲ ਚਲਾ ਰਹੇ ਨੇ ਕਲਗੀਧਰ ਟਰੱਸਟ, ਇਹ ਹੈਗੀ ਵੈਲਿਊ ਬੇਸਡ ਐਜੂਕੇਸ਼ਨ। ਉਹਦੇ ਵਿੱਚ ਜੋ ਵੈਲਿਊਜ਼, ਸਿੱਖ ਧਰਮ ਦੀ ਵੈਲਿਊਜ਼, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਤੇ ਗੁਰੂ ਗ੍ਰੰਥ ਸਾਹਿਬ ਜੀ ਜੋ ਪ੍ਰਗਟ ਗੁਰਾਂ ਕੀ ਦੇ ਲਿਵਿੰਗ ਗੁਰੂ, ਐਟਰਨਲ ਲਿਵਿੰਗ ਗੁਰੂ, ਉਹਨਾਂ ਦਾ ਜੋ ਵੈਲਿਊਜ਼ ਦਾ ਖਜ਼ਾਨਾ ਹੈ, ਉਹਨੂੰ ਉੱਚ ਵਿਦਿਆ ਮੰਨਿਆ ਗਿਆ ਕਿ ਉਹ ਵੈਲਿਊਜ਼ ਬਹੁਤ ਜ਼ਰੂਰੀ ਹੈ ਕਿ ਹਰ ਸਟੂਡੈਂਟ ਨੂੰ ਉਹਨਾਂ ਦਾ ਪਤਾ ਹੋਣਾ ਚਾਹੀਦਾ। ਤੋ ਇਹ ਮਕਸਦ ਲੈ ਕੇ ਅਸੀਂ ਇਹ ਵੋਕ ਟੂ ਸੇਵ ਦਾ ਪ੍ਰੋਗਰਾਮ ਲੈ ਕੇ ਆਏ ਹਾਂ ਸੰਗਤ ਅੱਗੇ। ਤੋ ਇਹਦੇ ਬਾਰੇ ਅਸੀਂ ਹੋਰ ਅੱਜ ਗੱਲ ਕਰਾਂਗੇ ਜੀ। ਬਿਲਕੁਲ ਜੀ। ਟਵਾਲ ਜੀ, ਤੁਸੀਂ ਕਿਹਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਦੇਖੋ, ਇੱਕ ਜਦੋਂ ਅਸੀਂ ਆਮ ਦੇਖਦੇ ਹਾਂ ਕਿ ਸਟੂਡੈਂਟ ਜਿਹੜੇ ਹੁੰਦੇ ਆ ਉਹ ਆਪ ਯੂਨੀਵਰਸਿਟੀਆਂ 'ਚ ਜਾਂਦੇ ਆ, ਆਪ ਆਪਣੇ ਅਧਿਆਪਕ ਦੇ ਕੋਲ, ਟੀਚਰ ਦੇ ਕੋਲ ਜਾਂਦੇ ਆ, ਹਨਾ ਜੀ। ਸਿਆਣਿਆਂ ਦੀ ਕਹਾਵਤ ਵੀ ਹੈ ਕਿ ਪਿਆਸੇ ਨੂੰ ਖੂਹ ਕੋਲ ਜਾਣਾ ਪੈਂਦਾ, ਪਰ ਗੁਰੂ ਨਾਨਕ ਦੇਵ ਜੀ ਨੇ ਇਸ ਕਹਾਵਤ ਨੂੰ ਗਲਤ ਸਾਬਤ ਕੀਤਾ। ਉਹ ਖੁਦ ਖੂਹ ਸੀਗੇ ਤੇ ਆਪ ਪਿਆਸਿਆਂ ਦੇ ਕੋਲ ਚੱਲ ਕੇ ਗਏ, ਖੁਦ ਟੀਚਰ ਸੀ, ਇਕੱਲੇ ਸਟੂਡੈਂਟ ਦੇ ਘਰ ਦੇ ਵਿੱਚ ਉਹ ਆਪ ਗਏ। ਸੋ ਧੰਨਵਾਦ ਤੁਹਾਡਾ। ਤੇ ਸੰਪਟ ਕੌਰ ਜੀ, ਮੈਂ ਤੁਹਾਡੀ ਪਾਰਟਿਸਿਪੇਸ਼ਨ ਇੱਥੇ ਚਾਹਾਂਗਾ ਜੀ ਕਿ ਮਤਲਬ ਤੁਹਾਨੂੰ ਕਿੱਥੋਂ ਇਹ ਮੋਟੀਵੇਸ਼ਨ ਮਿਲੀ ਹੈ, ਕਿਉਂਕਿ ਇੰਨਾ ਕੁ ਸਾਨੂੰ ਵੀ ਪਤਾ ਕਿ ਤੁਹਾਡੇ ਜਿਹੜੇ ਪਿਤਾ ਜੀ ਸਨ ਉਹ ਵੀ ਕੋ ਫਾਊਂਡਰ ਸਨ ਜੀ ਬੜੂ ਸਾਹਿਬ ਟਰੱਸਟ ਦੇ, ਤੇ ਤੁਹਾਨੂੰ ਇਹ ਇਵੈਂਟਸ ਦੀ ਤੇ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜ ਕੇ ਕੰਮ ਕਰਨ ਦੀ, ਸੇਵਾ ਕਰਨ ਦੀ ਮੋਟੀਵੇਸ਼ਨ ਕਿੱਥੋਂ ਆਈ? ਮੋਟੀਵੇਸ਼ਨ ਜਿਉਂ-ਜਿਉਂ ਉਮਰ ਵੱਧਦੀ ਗਈ ਉਹਨਾਂ ਇਸ ਸੰਸਥਾ ਦੀ ਰਿਸਪੈਕਟ ਵੱਧਦੀ ਗਈ ਮੇਰੇ ਲਈ, ਕਿਉਂਕਿ ਛੋਟੇ ਹੁੰਦੇ ਤੁਹਾਨੂੰ ਲੱਗਦਾ ਸੀ ਵੀ ਇਹ ਤਾਂ ਘਰ ਦੀ ਹੋਈ ਗੱਲ ਹੈਗੀ ਆ। ਵੀ ਗਰੂ ਅਪ ਵਿਦ ਬਾਬਾ ਜੀ ਐਂਡ ਅੰਕਲ ਖੇਮ ਸਿੰਘ ਐਂਡ ਸੋ ਹੁਣ ਜਦੋਂ ਮੈਂ ਦੇਖਦੀ ਹਾਂ, ਫਿਰ ਮੈਂ ਸੋਚਦੀ ਹਾਂ, ਬਾਬਾ ਜੀ ਦਾ ਜੀਵਨ ਦੇਖਦੀ ਹਾਂ, ਤਾਂ ਬਿਲਕੁਲ ਉਹ ਜਿੱਦਾਂ ਕਹਿੰਦੇ ਨਾ ਸਿਰ ਝੁਕਦਾ ਆ ਕਿ ਉਹਨਾਂ ਨੇ ਦੇਖੋ ਪੂਰੀ, ਅਸੀਂ ਵੀ ਨੌਕਰੀ ਕਰਦੇ ਹਾਂ ਤਾਂ ਆ ਕੇ ਕਰੇ ਤਾਂ ਥੱਕਦੇ ਆ, ਕਦੋਂ ਰਿਟਾਇਰ ਹੋਣਾ ਜੀ, ਕਦੋਂ ਅਸੀਂ ਵਿਹਲੇ ਹੋਣਾ ਆ। ਉਹਨਾਂ ਨੇ ਆਪਣਾ
ਪੂਰੀ ਜ਼ਿੰਮੇਵਾਰੀ ਨਿਭਾ ਕੇ ਨੌਕਰੀ ਦੀ, ਹਾਲਾਂਕਿ ਕੋਈ ਪਰਿਵਾਰ ਨਹੀਂ ਸੀ, ਕੁਛ ਨਹੀਂ ਸੀ, ਆਪਣੇ ਸੰਤਾਂ ਦਾ ਬਚਨ ਕਮਾਇਆ। ਉਹਨਾਂ ਨੇ ਕਿਆ ਨੌਕਰੀ ਕਰਨੀ ਆ, ਉਹਨਾਂ ਨੇ ਕੀਤੀ, ਆਪਣੇ ਲਈ ਨਹੀਂ ਕੀਤੀ। ਤੇ ਉਸ ਤੋਂ ਬਾਅਦ ਰਿਟਾਇਰ ਹੋ ਕੇ ਜੋ ਉਹਨਾਂ ਨੇ ਕੀਤਾ, 5 ਬੱਚਿਆਂ ਤੋਂ ਲੈ ਕੇ ਅੱਜ 70,000 ਬੱਚੇ ਉਹਨਾਂ ਦੀ ਸਰਪ੍ਰਸਤੀ ਹੇਠ ਪੜ੍ਹ ਰਹੇ ਨੇ। ਇਹ ਸਾਰੀ 30-35 ਸਾਲਾਂ ਦੀ ਗੱਲ ਕਰ ਰਹੇ ਹਾਂ ਆਪਾਂ, ਕੋਈ ਲੰਮਾ ਸਮਾਂ ਨਹੀਂ ਹੋਇਆ। ਸੋ ਡੈਫੀਨਿਟਲੀ ਆਪਾਂ ਸਾਰਿਆਂ ਨੂੰ ਇਸ ਸੰਸਥਾ ਵੱਲ ਚੰਗੀ ਤਰ੍ਹਾਂ ਇਹਨੂੰ ਦੇਖਣਾ, ਸਮਝਣਾ ਤੇ ਇਹਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਇਹ ਹੀ ਇੱਕ ਰੋਸ਼ਨੀ ਦਿਖ ਰਹੀ ਹੈ ਇਸ ਵੇਲੇ। ਕਿਉਂਕਿ ਜੋ ਇਹ ਜਿਹੜੇ ਪ੍ਰਿੰਸੀਪਲ ਤੇ ਬੇਸਡ ਆ, ਉਹ ਪ੍ਰਿੰਸੀਪਲ ਹੈਗਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ 550 ਸਾਲ ਪਹਿਲਾਂ ਦਿਖਾਇਆ ਸੀ। ਜੀ ਕਿਤੇ ਅਸੀਂ ਭੁੱਲ ਭਟਕ ਗਏ। ਤੇ ਹੁਣ ਕਿਉਂਕਿ ਪੜ੍ਹਾਈ ਲਿਖਾਈ ਤਾਂ ਹੁਣ ਪਿਛਲੇ 50-60 ਸਾਲਾਂ ਤੋਂ ਬਹੁਤ ਪੜ੍ਹ ਰਹੇ ਨੇ ਬੱਚੇ, ਸਾਰੇ ਪੜ੍ਹ ਰਹੇ ਨੇ, ਆਪਣੇ ਜਿਹੜੇ ਮਰਜ਼ੀ ਦੇਸ਼ 'ਚ ਜਾ ਕੇ ਦੇਖ ਲਓ, ਡਾਕਟਰਸ, ਇੰਜੀਨੀਅਰਸ, ਟੌਪ ਪ੍ਰੋਫੈਸ਼ਨਲਸ ਆਰ ਫਰੋਮ ਆਵਰ ਨੇਸ਼ਨ। ਪਰ ਫਿਰ ਵੀ ਜਦੋਂ ਆਪਾਂ ਹੁਣ ਪੰਜਾਬ ਦੀ ਹਾਲਤ ਦੇਖੀਏ, ਮੈਨੂੰ ਪਿੱਛੇ ਜੇ ਐਕਚੁਅਲੀ ਰਣਬੀਰ ਵੀਰ ਜੀ ਨੇ ਭੇਜਿਆ ਸੀਗਾ ਡਾਕਟਰ ਹਰਸ਼ਿੰਦਰ ਕੌਰ ਦੀ ਸਪੀਚ, ਉਹਨਾਂ ਨੇ ਕਿਸੇ ਪ੍ਰੋਗਰਾਮ ਤੋਂ WhatsApp ਤੇ। ਜੇ ਕਿਸੇ ਨੂੰ ਨਹੀਂ ਨਾ ਪਤਾ ਅਸਲੀਅਤ ਕੀ ਆ ਪੰਜਾਬ ਦੀ, ਤਾਂ ਮੈਂ ਡੈਫੀਨਿਟਲੀ ਸਭ ਨੂੰ ਉਹ ਸਪੀਚ ਸੁਣਨ ਲਈ ਰਿਕਮੈਂਡ ਕਰੂੰਗੀ ਕਿ ਪਲੀਜ਼ ਤੁਸੀਂ ਉਹਨਾਂ ਦੀ ਸਪੀਚ ਸੁਣੋ। ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਲਗੀਧਰ ਟਰਸਟ ਦੀ ਸੰਸਥਾ ਦੀ ਕਿੰਨੀ ਅਹਿਮੀਅਤ ਹੈ ਇਸ ਵੇਲੇ, ਕਿੰਨਾ ਉਹਨਾਂ ਨੂੰ ਸਪੋਰਟ ਦੀ ਲੋੜ ਹੈ। ਕਿਉਂਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਜੇ ਬਣਨਾ ਹੈ ਤਾਂ ਸਾਨੂੰ ਉਹਨਾਂ ਦੀ ਫਿਲਾਸਫੀ ਨੂੰ ਸਮਝਣ ਦੀ, ਉਸ ਨੂੰ ਮੰਨਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਣਨ ਤੋਂ ਪਹਿਲਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਨ ਦੀ ਲੋੜ ਆ। ਪਰ ਇਹ ਗੱਲ ਦੀ ਸੋਰਟ ਆਫ ਰੋਸ਼ਨੀ ਮੈਨੂੰ ਤਾਂ ਆਪ ਹੁਣੀ ਹੋਈ ਆ, ਕਿਉਂਕਿ ਜਦੋਂ ਇਹ ਵਾਕ ਟੂ ਸੇਵ ਦਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਸੀ, ਤਦੋਂ ਇਹੀ ਲੱਗਿਆ ਵੀ ਕੋਵਿਡ ਕਰਕੇ ਸਭ ਨੇ ਆਪਣੇ ਆਪਣੇ ਥਾਂ ਤੇ ਕਰਨੀ ਆ, ਚਲੋ ਇਹਨੂੰ ਫਿਰ ਅਸੀਂ ਇਕੱਲੇ ਇੰਗਲੈਂਡ 'ਚ ਕਿਉਂ ਰੱਖੀਏ, ਸਾਰੀ ਦੁਨੀਆ ਨਾਲ ਸ਼ੇਅਰ ਕਰੀਏ। ਹਾਂਜੀ, ਕਿਉਂਕਿ ਆ ਸਾਲ ਆਪਾਂ ਸਪੈਸ਼ਲ ਹੈਗਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਦੌਰ 'ਚ ਆਪਾਂ ਚੱਲ ਰਹੇ ਹਾਂ। ਤਾਂ ਉਹਨਾਂ ਨੂੰ ਨੈਚੁਰਲੀ ਇੰਨੇ ਪ੍ਰੋਗਰਾਮ, ਇੰਨੇ ਸਾਰਾ ਕੁਝ ਪ੍ਰਚਾਰ ਹੋ ਰਿਹਾ ਉਹਨਾਂ ਦੇ ਜੀਵਨ ਬਾਰੇ। ਪਰ ਜੇ ਆਪਾਂ ਦੇਖੀਏ ਅਸੀਂ ਕਿੰਨਾ ਕੁ ਮੰਨਦੇ ਹਾਂ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ, ਇੰਨੇ ਸਿੰਪਲ ਤਰੀਕੇ ਦੇ ਨਾਲ, ਇੰਨੀ ਈਜ਼ ਦੇ ਨਾਲ ਉਹ ਸਾਨੂੰ ਇੰਨੀ ਡੂੰਘੀ ਫਿਲਾਸਫੀ ਸਮਝਾ ਗਏ ਕਿ ਅਸੀਂ ਸਾਨੂੰ ਵੀ, ਮੈਨੂੰ ਆਪ ਨੂੰ ਹੁਣ ਲੱਗਦਾ ਆ ਵੀ ਅਸੀਂ ਸਕੂਲਾਂ 'ਚ ਜੋ ਹਿਸਟਰੀ ਪੜ੍ਹੀ ਸੀ ਉਹ ਗੁਰੂ ਨਾਨਕ ਦੇਵ ਜੀ ਨੂੰ ਉਦਾਂ ਦਰਸਾ ਨਹੀਂ ਸਕੀ ਜੋ ਉਹ ਸੀਗੇ, ਜੋ ਉਹਨਾਂ ਦੀ ਫਿਲਾਸਫੀ ਸੀ। ਉਹਨਾਂ ਨੂੰ ਕਰਾਮਾਤੀ ਰੂਪ ਦੇ ਕੇ ਸਾਨੂੰ ਸਕੂਲਾਂ 'ਚ ਪੜ੍ਹਾਈ ਗਏ, ਖੇਤ ਹਰੇ ਕਰਤੇ, ਖੂਨ, ਰੋਟੀ 'ਚੋਂ ਖੂਨ ਕੱਢਤਾ, ਏਦਾਂ ਦੀਆਂ ਚੀਜ਼ਾਂ ਨਾਲ। ਸੋ ਤੁਸੀਂ ਉਹਨੂੰ ਫਿਰ ਬਿਲੀਫ 'ਚ ਥੋੜਾ ਜਿਹਾ ਡਾਊਟ ਆ ਜਾਂਦਾ ਆ ਜੀ। ਪਰ ਜੇ ਉਹਦਾ ਡੀਪ ਮੈਸੇਜ ਦੇਖੋ ਵੀ ਕਿਰਤ ਤੇ ਕਿੰਨਾ ਐਮਫੈਸਿਸ ਸੀ, ਚਾਹੇ ਉਹ ਤੁਸੀਂ ਜਿੱਦਾਂ ਕਹਿੰਦੇ ਨੇ ਭਾਂਡੇ ਮਾਂਜ ਕੇ ਕਿਰਤ ਕਰਕੇ ਕਮਾਈ ਕਰਦੇ ਹੋ, ਉਹਦੀ ਬਰਕਤ ਜ਼ਿਆਦਾ ਸੀ ਗੁਰੂ ਨਾਨਕ ਦੇਵ ਜੀ ਦੀ ਨਜ਼ਰਾਂ 'ਚ, ਨਾ ਕਿ ਜਿਹੜੀ ਧੱਕੇ ਨਾਲ ਕਮਾਈ ਕੀਤੀ ਹੋਈ ਸੀਗੀ। ਸੋ ਇਹ ਫਿਲਾਸਫੀ ਅੱਜ ਕੱਲ ਸਾਡੇ ਲਈ ਅਪਣਾਉਣੀ ਚੋਇਸ ਨਹੀਂ ਹੈਗੀ, ਮੇਰੇ ਖਿਆਲ 'ਚ ਸਾਨੂੰ ਸਾਰਿਆਂ ਲਈ ਜ਼ਰੂਰੀ ਬਣਦੀ ਆ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਆ। ਕਿਉਂਕਿ ਹੁਣ ਦੇਖੋ ਪੜ੍ਹਾਈ ਬਹੁਤ ਆ, ਮੈਂਟਲ ਹੈਲਥ ਵੀ ਉੱਤੇ ਜਾ ਰਿਹਾ ਆ ਉਹਦਾ ਵੀ, ਸੋ ਘਰ ਘਰ ਦੇ ਵਿੱਚ ਨਸ਼ਿਆਂ ਦੀ ਪ੍ਰੋਬਲਮ ਆ ਰਹੀ ਆ ਪੇਰੈਂਟਸ ਨੂੰ। ਸੋ ਜੇ ਪੜ੍ਹਾਈ ਕਰਕੇ ਸਾਰਾ ਕੁਝ ਸੋਲਵ ਹੋਣਾ ਹੁੰਦਾ ਤੇ ਇਹ ਪ੍ਰੋਬਲਮਸ ਨਹੀਂ ਸੀ ਆਉਣੀਆਂ। ਪਰ ਇਹਦਾ ਕਾਰਨ ਕੀ ਆ ਕਿ ਸਾਨੂੰ ਵਿਦਿਆ ਦੇ ਨਾਲ
जोड़नी पैणियां वैल्यूज बेस्ड। ਉਹ ਵੈਲਿਊਜ਼ ਕਿਹੜੀਆਂ ਨੇ? ਉਹ ਜਿਹੜੀਆਂ ਗੁਰੂ ਨਾਨਕ ਦੇਵ ਜੀ ਸਾਨੂੰ 550 ਸਾਲ ਪਹਿਲਾਂ ਦੱਸ ਕੇ ਸੀ ਕਿ ਕਿਸ ਤਰ੍ਹਾਂ ਸਾਰੀ। ਹੁਣ ਰੀਸੈਂਟ ਐਗਜ਼ਾਮਪਲ ਆ ਬਲੈਕ ਲਾਈਵਸ ਮੈਟਰ ਫॉर ਐਗਜ਼ਾਮਪਲ, ਬਹੁਤ ਵੱਡਾ ਇਹ ਬਣ ਰਿਹਾ ਆ ਇਸ਼ੂ। ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੰਨੇ 100 ਸਾਲ ਪਹਿਲਾਂ ਕਿਹਾ ਸੀ every life matters, every life matters no matter where you are in the world. So ਅਸੀਂ ਕਿਉਂ ਭੁੱਲ ਗਏ? ਜੀ why now we have to be reminded that some lives matter? ਜੀ so ਇਹਦਾ ਇਹ I think ਇਹ ਜਿਹੜੀ walk ਹੈ ਨਾ, it is becoming more than just a walk. It is becoming a tribute to Guru Nanak Dev Ji. ਜੀ ਇਹ ਅਸੀਂ ਦੁਨੀਆ ਦੇ ਕੋਨੇ 'ਚ ਕਿਤੇ ਵੀ ਬੈਠਾ ਕੋਈ ਸਿੱਖ ਹੈ, ਉਹਨੂੰ ਚਾਹੇ 2 ਕਦਮ ਚੱਲੇ 4 ਕਦਮ ਚੱਲੇ, ਇੱਕ ਵਾਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਨਾ ਬਣਦਾ ਹੈ, ਉਹਨਾਂ ਦੀ ਫਿਲਾਸਫੀ ਨੂੰ ਸਮਝਣਾ ਬਣਦਾ ਹੈ। ਸਿਰਫ ਜਿੱਦਾਂ ਕਰਾਮਾਤੀ ਉਹ ਜਿਹੜੇ ਜਿਨ੍ਹਾਂ ਦਾ ਉਹਨਾਂ ਨੇ ਪੂਰੇ ਜ਼ੋਰ ਨਾਲ ਖੰਡਨ ਕੀਤਾ, ਅਸੀਂ ਉਹੋ ਹੀ ਕਰਾਮਾਤਾਂ ਗੁਰੂ ਨਾਨਕ ਦੇਵ ਜੀ ਨਾਲ ਅਟੈਚ ਕਰ ਰਹੇ ਹਾਂ। ਜੀ ਜੇ ਉਹਨਾਂ ਦੀ ਫਿਲਾਸਫੀ ਨੂੰ ਦੇਖੋ, ਸੱਜਣ ਠੱਗ ਦਾ ਸੁਧਾਰ ਕਿਵੇਂ ਹੋਇਆ, ਐਗਜ਼ਾਮਪਲ ਦਾ ਦੇ ਵੀ 1 ਮਿੰਟ ਦੇ ਵਿੱਚ ਜਦੋਂ ਤੁਸੀਂ ਧਿਆਨ ਗੁਰੂ ਨਾਲ ਜੋੜਦੇ ਆ, ਤੁਸੀਂ ਜਿੰਨੇ ਮਰਜ਼ੀ ਵੀ ਗਲਤ ਕੰਮ ਕੀਤੇ ਹੋਣ ਸੁਧਰ ਸਕਦੇ ਹੋ। ਸੋ ਹੋਪ ਕਿੰਨੀ ਦਿੱਤੀ ਇਹਦੇ ਵਿੱਚ। ਸੋ ਏਦਾਂ ਹੀ ਕਰਕੇ ਇੰਨੀਆਂ ਐਗਜ਼ਾਮਪਲਸ ਨੇ ਐਂਡਲੈਸ। ਸੋ ਮੈਂ ਤਾਂ ਇਹ ਕਹੂੰਗੀ ਵੀ ਸਾਨੂੰ ਕਦਮ ਕਦਮ ਤੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਡੂੰਗੀ ਫਿਲਾਸਫੀ ਜੇ ਨਹੀਂ ਹੁਣ ਤੱਕ ਪੜ੍ਹੀ ਤਾਂ ਕੋਈ ਚੰਗੇ ਆਥਰ ਦੀਆਂ ਕੋਈ ਬੁੱਕਸ ਪੜ੍ਹੀਏ, ਆਪਾਂ ਉਹਨਾਂ ਦਾ ਲਿਟਰੇਚਰ ਦੇਖੀਏ, ਆਪਣੇ ਆਪ ਲਈ ਲੱਭੀਏ ਵੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਸਿਖਾਇਆ ਸੀ। ਹਾਂਜੀ ਤੇ ਜੇ ਉਹਦੇ ਤੇ ਚੱਲਾਂਗੇ ਤਾਂ ਫਿਰ ਅਸੀਂ ਦੇਖਾਂਗੇ ਵੀ ਇਹ ਜਿਹੜੀ ਸੰਸਥਾ ਆ ਕਲਗੀਧਰ ਟਰਸਟ ਦੀ, ਇਹ ਪੂਰੀ ਤਰ੍ਹਾਂ ਉਸ ਮਿਸ਼ਨ ਤੇ ਪਹਿਰਾ ਦੇ ਰਹੀ ਆ। ਜੀ ਬਿਲਕੁਲ ਜੀ। ਹਾਂਜੀ ਹਾਂਜੀ ਬਿਲਕੁਲ ਜੀ। ਜੀ ਇੱਕ ਗੱਲ ਤੁਸੀਂ ਇਹਦੀ ਬੈਕਗ੍ਰਾਉਂਡ ਦੱਸਣਾ ਚਾਹੁੰਦੀ ਆ ਕਲਗੀਧਰ ਟਰਸਟ ਦੀ, ਕਿਉਂਕਿ ਇਹ ਵਿਜ਼ਨ ਦੀ ਗੱਲ ਕਰੀਏ ਨਾ ਤੇ ਇਹ ਤੋਂ ਦੂਰ ਦਾ ਵਿਜ਼ਨ ਮੈਨੂੰ ਲੱਗਦਾ ਵੀ ਨੇੜੇ ਤੇੜੇ ਕੋਈ ਰੱਖ ਸਕਦਾ ਆ ਔਰ ਅਚੀਵ ਕਰ ਸਕਦਾ ਆ। ਹਾਂਜੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ 1906 ਵਿੱਚ ਕੁੜੀਆਂ ਦਾ ਸਕੂਲ ਖੋਲਿਆ। ਉਹਨਾਂ ਸਮਿਆਂ 'ਚ ਜਦੋਂ ਹਾਰਡਲੀ ਕੋਈ ਪੜ੍ਹਨ ਸਕੂਲੇ ਜਾਂਦਾ ਸੀ, ਮੁੰਡੇ ਵੀ ਨਹੀਂ ਸੀ ਜਾਂਦੇ, ਕੁੜੀਆਂ ਤਾਂ ਦੂਰ ਦੀ ਗੱਲ ਸੀਗੀ। ਬਿਲਕੁਲ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਕੋਈ ਚੀਜ਼ ਬਚਾ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਾਈ ਦੀ ਕਦਰ ਕੀ ਹੋਣੀ ਆ, ਉਹਨਾਂ ਨੂੰ ਉਦੋਂ ਪਤਾ ਸੀ। ਔਰ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਲਈ ਜੀ, ਇਸ ਕਰਕੇ ਉਹਨਾਂ ਨੇ ਲੜਕੀਆਂ ਦਾ ਸਕੂਲ ਖੋਲਿਆ 1906 ਦੇ ਵਿੱਚ। ਫਿਰ ਸੰਤ ਤੇਜਾ ਸਿੰਘ ਜੀ ਮਹਾਰਾਜ UK ਦੇ ਵਿੱਚ ਆਏ, ਇੱਥੇ ਪਹਿਲਾ ਗੁਰਦੁਆਰਾ ਸਥਾਪਿਤ ਕੀਤਾ। ਅਮਰੀਕਾ ਕੈਨੇਡਾ ਦੇ ਵਿੱਚ ਗੁਰਦੁਆਰੇ ਸਥਾਪਿਤ ਕੀਤੇ। ਕੈਂਬਰਿਜ ਯੂਨੀਵਰਸਿਟੀ ਵਿੱਚ ਫਰਸਟ ਟਰਬਨ ਇੰਟਰੋਡਿਊਸ ਕੀਤੀ ਪਹਿਲਾਂ। ਤੇ ਇਹ ਸਾਰਾ ਕੁਝ ਹੁਣ ਅਸੀਂ ਵੀ ਟੇਕ ਇਟ ਫॉर ਗ੍ਰਾਂਟਡ ਵੀ ਇਹ ਤਾਂ ਸਾਡਾ ਹੱਕ ਬਣਦਾ ਆ। ਇਹ ਹੱਕ ਸਾਨੂੰ ਦਿਵਾਏ ਗਏ ਨੇ। ਇਹ ਉਦੋਂ ਦੀ ਗੱਲ ਕਰਦੇ ਆ ਜਦੋਂ ਇੰਗਲੈਂਡ ਦਾ ਰਾਜ ਸਾਰੀ ਦੁਨੀਆ ਤੇ ਸੀ ਤਕਰੀਬਨ। ਇੰਡੀਆ ਗੁਲਾਮ ਮੁਲਕ ਸੀ ਜਦੋਂ ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਆ ਕੇ ਇਹਨਾਂ ਦੇਸ਼ਾਂ ਦੇ ਵਿੱਚ ਗੁਰਦੁਆਰੇ ਸਥਾਪਿਤ ਕੀਤੇ ਕਿਉਂਕਿ ਸਾਡਾ ਰਾਹ ਸੌਖਾ ਹੋ ਜਾਵੇ। ਸੋ ਇਹ ਹੈ ਵਿਜ਼ਨ ਦੀ ਗੱਲ। ਤੇ ਹੁਣ ਬਾਬਾ ਜੀ ਇਕਬਾਲ ਸਿੰਘ ਜੋ ਪੰਜਾਬ ਦੇ ਹਾਲਾਤ ਨੇ ਜਿਸ ਤਰ੍ਹਾਂ ਉਹ ਵਿਗੜ ਰਹੇ ਨੇ ਜੀ, ਉਹਨਾਂ ਦਾ ਵਿਜ਼ਨ ਦੇਖੋ। ਸੋ ਲੜਕੀਆਂ ਨੂੰ ਖਾਸ ਕਰਕੇ ਪਿੰਡਾਂ ਦੇ ਵਿੱਚ ਜਾ ਕੇ, ਸੋ ਸ਼ਹਿਰਾਂ 'ਚ ਤਾਂ ਸਾਰੀ ਪੜ੍ਹਾਈ ਕਰ ਸਕਦੇ ਨੇ, ਕਿੱਥੇ ਕਿੱਥੇ ਜਾ ਕੇ ਇਹ ਸਕੂਲ ਖੋਲੇ ਨੇ ਔਰ ਇਹਨਾਂ 'ਚੋਂ ਟੌਪਰਸ ਨਿਕਲ ਰਹੇ ਨੇ। ਐਂਡ ਇੰਨੀ ਸਟੈਂਡਰਡ ਦੀ ਐਜੂਕੇਸ਼ਨ ਕਿ ਬੱਚੇ ਇੱਥੋਂ ਜਾ ਕੇ ਬਾਹਰ ਮਾਈਕਰੋਸਾਫਟ, ਗੂਗਲ, ਇਹੋ ਜਿਹੀਆਂ ਨਾਸਾ, ਇਹੋ ਜਿਹੀਆਂ ਇੰਸਟੀਟਿਊਸ਼ਨਸ 'ਚ they are working as equals. So is
एजुकेशन वैल्यू बेस्ड एजुकेशन इस वेले कलगीधर ट्रस्ट तो उत्ते कोई ऑर्गेनाइजेशन नहीं दिखती। मैं इसलिए नहीं कह रही क्योंकि मेरा पिछोकड़ इन्हां नाल रलदा आ। मैं कहनी आ भी सारियां नूं तुसीं अपने खुद जाके देखो, समझो, पढ़ो, क्योंकि असीं दसवंध तो सारे दिन्ने आ, गुरुद्वारे भी जाने आ, पर थोड़ा जिहा अपने आप नूं ਉਹ ਜਿੱਦਾਂ ਕਹਿੰਦੇ ਭੇਡ ਚਾਲ ਵਾਂਗੂ ਕੰਮ ਨਾ ਕਰੀਏ, ਇਹ ਦੇਖੀਏ ਵੀ ਇਹਦਾ ਫਾਇਦਾ ਕਿੱਥੇ ਹੁੰਦਾ ਆ। ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਗੁਰਦੁਆਰੇ ਜਾ ਕੇ ਜੇ ਹਾਜ਼ਰੀ ਨਹੀਂ ਭਰੀ ਤਾਂ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਉਹ ਸਾਖੀ ਹੈਗੀ ਆ ਵੀ ਉਹ ਸ਼ਾਮਲ ਨਹੀਂ ਹੋਏ ਤਾਂ ਕਹਿੰਦੇ ਜੀ ਤੁਸੀਂ ਸਾਡੇ ਅਰਦਾਸ 'ਚ ਸ਼ਾਮਲ ਨਹੀਂ ਹੋਏ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਨਹੀਂ ਸੀ ਸ਼ਾਮਲ, ਤੁਸੀਂ ਆਪਣੀਆਂ ਬੱਕਰੀਆਂ ਭੇਡਾਂ ਦਾ ਖਿਆਲ ਕਰਦੇ ਸੀਗੇ। ਸੋ ਏਦਾਂ ਕਰਕੇ ਇਹ ਸਾਰਾ ਕੁਝ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਮੈਸੇਜ ਨੂੰ ਸਮਝੀਏ, ਇਹ ਸੰਸਥਾ ਦੇ ਕਾਰਜਾਂ ਨੂੰ ਚੰਗੀ ਤਰ੍ਹਾਂ ਪੜਚੋਲੀਏ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਇਸ ਵੇਲੇ ਇਸ ਤੋਂ ਉੱਤਮ ਕੋਈ ਯੂਨਾਈਟਿਡ ਹੋਣ ਦਾ ਮੌਕਾ ਹੈਗਾ ਆਪਣੇ ਸਾਰਿਆਂ ਕੋਲੇ। ਇਹ ਓਪਰਚੁਨਿਟੀ ਕਲਗੀਧਰ ਟਰਸਟ ਲਈ ਨਹੀਂ ਹੈਗੀ, ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਤਰ੍ਹਾਂ ਸਾਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਦੁਨੀਆ ਭਰ ਦੇ ਵਿੱਚ ਅੱਜ ਕੱਲ ਤਾਂ ਆਸਾਨ ਬਹੁਤ ਹੋ ਗਿਆ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਤੱਕ ਪਹੁੰਚਣਾ। ਸੋ ਸਭ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਲਈ ਸਖਤ ਲੋੜ ਆ। ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਨਾ ਹੈ, ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ, ਮੈਂ ਕਹਿੰਦੀ ਹਾਂ ਵੀ ਇੰਸਟੀਟਿਊਸ਼ਨ ਦਾ ਜੋ ਵਿਜ਼ਨ ਹੈ, ਜੋ ਬੈਕਗ੍ਰਾਉਂਡ ਹੈ, ਉਹ ਵੀ ਦੁਨੀਆ ਤੱਕ ਪਹੁੰਚਾਉਣ ਦੀ ਲੋੜ ਆ। ਪਰ ਉਸ ਤੋਂ ਉੱਤਮ ਗੁਰੂ ਨਾਨਕ ਦੇਵ ਜੀ ਦਾ ਜੋ ਡੀਪ ਫਿਲਾਸਫੀ ਹੈ, ਉਹਨੂੰ ਸਮਝਣ ਤਾਂ ਸਮਝਾਉਣ ਦੀ ਲੋੜ ਹੈ, ਕਿਉਂਕਿ ਉਹ ਫਿਲਾਸਫੀ ਇਜ਼ ਸੋ ਯੂਨੀਵਰਸਲ, ਤੁਸੀਂ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਬਿਨਾਂ ਕਿਸੇ ਆਬਜੈਕਸ਼ਨ ਦੇ। ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਕਿਸੇ 'ਚ ਵਿਤਕਰਾ ਪਾ ਹੀ ਨਹੀਂ ਰਹੇ। ਸਾਡੇ ਗੁਰੂ ਗ੍ਰੰਥ ਸਾਹਿਬ 'ਚ ਸਾਰਿਆਂ ਦੀ ਬਾਣੀ ਦਰਜ ਆ, ਸੋ ਅਸੀਂ ਹੀ ਇਹ ਸਾਰੇ ਵਿਤਕਰੇ ਬਣਾਏ ਨੇ। ਸੋ ਇਟਸ ਟਾਈਮ ਨਾਓ ਟੂ ਕਮ ਟੁਗੇਦਰ ਐਂਡ ਮੇਕ ਗੁਰੂ ਨਾਨਕ ਪ੍ਰਾਊਡ। ਬਿਲਕੁਲ ਜੀ, ਵੈਲ ਸੈਡ ਜੀ। ਤੁਸੀਂ ਤੁਹਾਡੇ ਆਨਸਰ ਅੱਗੇ ਤਾਂ ਮੇਰਾ ਕੁਐਸਚਨ ਛੋਟਾ ਪੈ ਗਿਆ ਜੀ, ਕਿਉਂਕਿ ਤੁਸੀਂ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਤੁਸੀਂ ਬੜਾ ਡੀਪ ਐਨਾਲਿਸਿਸ ਕੀਤਾ ਹੋਇਆ ਆ, ਜਿਹੜਾ ਕਿ ਚੰਗੀ ਚੀਜ਼ ਹੈ। ਉਹੀ ਮੈਂ ਮੋਟੀਵੇਸ਼ਨ ਦੀ ਗੱਲ ਪੁੱਛੀ ਸੀ ਕਿ ਇੱਕ ਕਈ ਵਾਰ ਹੁੰਦਾ ਮੇਰੇ ਲਈ ਕਿ ਅਸੀਂ ਆਪਣੇ ਪੇਰੈਂਟਸ ਦੇ ਮਗਰ ਲੱਗ ਕੇ ਹੀ ਕਿਸੇ ਪਾਸੇ ਚਲੇ ਜਾਂਦੇ ਹਾਂ, ਬਟ ਤੁਸੀਂ ਜਿਸ ਤਰ੍ਹਾਂ ਆਨਸਰ ਦਿੱਤਾ ਮੈਨੂੰ ਲੱਗਿਆ ਕਿ ਤੁਸੀਂ ਖੁਦ ਸੈਲਫ ਇੱਕ ਐਨਾਲਿਸਿਸ ਕੀਤਾ ਹੋਇਆ, ਐਵੈਲੂਏਸ਼ਨ ਕੀਤੀ ਹੋਈ ਹੈ ਸਿਚੁਏਸ਼ਨਸ ਦੀ, ਕਰੰਟ ਸਿਚੁਏਸ਼ਨ ਦੀ, ਪਿੱਛੇ ਹਿਸਟਰੀ ਦੀ ਸਾਡੀ, ਤੁਸੀਂ ਬੜਾ ਵਧੀਆ ਕਨੈਕਟ ਕੀਤਾ। ਤੇ ਇੱਕ ਗੱਲ ਤੁਸੀਂ ਜਿਹੜੀ ਬੜੀ ਵਧੀਆ ਕਹੀ ਹੈ ਕਿ ਸਿਰਫ ਐਜੂਕੇਸ਼ਨ ਦੇਣ ਦੇ ਨਾਲ ਹੀ, ਫਾਰਮਲ ਐਜੂਕੇਸ਼ਨ ਦੇ ਨਾਲ ਹੀ ਜੇਕਰ ਪ੍ਰੋਬਲਮਾਂ ਸੋਲਵ ਹੁੰਦੀਆਂ ਤਾਂ ਸਾਡਾ ਸਮਾਜ ਜਿਹੜਾ ਇੱਕ ਬੈਟਰ ਪਲੇਸ ਹੋਣਾ ਸੀ, ਬਟ ਉਹ ਨਹੀਂ ਹੋਇਆ। ਸੋ ਜਿਹੜੀ ਵੈਲਿਊ ਬੇਸਡ ਐਜੂਕੇਸ਼ਨ ਹੈ ਹੁਣ ਉਹ ਮਤਲਬ ਉਹਦਾ ਕਹਿ ਲਓ ਵੀ ਇੱਕ ਅੱਜ ਸਾਡੇ ਕੋਲ ਇਨੀਸ਼ੀਏਟਿਵ ਹੈਗਾ ਕਿ ਉਹ ਜ਼ਰੂਰਤ ਹੈਗੀ ਹੈ, ਕਿਉਂਕਿ ਸਾਡੇ ਕੋਲ ਪ੍ਰੂਫ ਹੈਗਾ ਕਿ ਜਿਹੜੀ ਇਕੱਲੀ ਐਜੂਕੇਸ਼ਨ ਹੈ ਉਹ ਕੰਟਰੀਬਿਊਟ ਨਹੀਂ ਕਰ ਸਕਦੀ 100%। ਅਟਵਾਲ ਜੀ, ਸੰਪਤ ਕੌਰ ਜੀ ਨੇ ਇੱਕ ਪਹਿਲੂ ਇਹ ਵੀ ਰੱਖਿਆ ਸੀ ਕਿ ਇਹ ਯੂਕੇ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ ਤੇ ਇਹ ਗਲੋਬਲ ਇੱਕ ਇਵੈਂਟ ਕਰਨਾ ਚਾਹੁੰਦੇ ਆ। ਤੇ ਤੁਸੀਂ ਸਾਨੂੰ ਦੱਸੋ ਕਿ ਇਹਦਾ ਕੀ ਸਕੇਲ ਤੁਸੀਂ ਸੋਚਦੇ ਹੋ, ਕੀ ਰੇਂਜ ਹੋਏਗੀ? ਕਿਉਂਕਿ ਜੇ ਹੁਣ ਗਲੋਬਲ ਕਰਨਾ ਜੀ, ਉਹਦੇ ਲਈ ਫਿਰ ਤਿਆਰੀਆਂ ਵੀ ਉਸ ਤਰ੍ਹਾਂ ਦੀਆਂ ਚਾਹੀਦੀਆਂ। ਕਿਸ ਤਰ੍ਹਾਂ ਤੁਸੀਂ ਕਨੈਕਟ ਕਰੋਗੇ ਸੰਗਤ ਦੇ ਨਾਲ ਤੇ ਤੁਹਾਡੀ ਕੀ ਐਕਸਪੈਕਟੇਸ਼ਨ ਹੈਗੇ ਜੀ ਫਿਰ ਗਲੋਬਲੀ? ਹਾਂਜੀ ਭੈਣ ਜੀ, ਹੁਣ ਤਾਂ ਮੈਨੂੰ ਲੱਗਦਾ ਸਾਡੇ ਪਿਛਲੇ 20 ਐਪੀਸੋਡਾਂ ਦੀ ਸਾਰੀ ਕਸਰ ਪੂਰੀ ਕਰ ਦਿੱਤੀ ਹੋਣੀ। ਬਿਲਕੁਲ ਤੇ ਬੜੀ ਮੁਸ਼ਕਲ ਮੰਨੇ ਨੇ, ਹੁਣ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਕੰਮ ਅੱਗੇ ਬੜਾ ਸੌਖਾ ਹੋ ਜਾਏਗਾ। ਜਿਹੜਾ ਇਨੀ ਗੱਲ ਬਹੁਤ ਵੱਡੀ ਇੱਕ ਗੱਲ ਕਹੀ ਕਿ ਸਿੱਖ ਤੋਂ ਸਿੰਘ ਦਾ ਸਫ਼ਰ ਜਿਹੜਾ ਜੀ, ਸਿੱਖ ਪਹਿਲਾਂ ਅਸੀਂ ਸਿੱਖ ਬਣੀਏ ਪਰ ਅਸੀਂ ਸਿੰਘ ਬਣ ਜਾਂਦੇ ਆ ਜੀ। ਉਹ ਫਿਰ ਅਸੀਂ ਉਹ ਜਿਹੜੀਆਂ ਰੋਟੀਆਂ ਅਸੀਂ ਇੱਕ ਦੂਸਰੇ ਦੀਆਂ ਰੋਟੀਆਂ ਨਿਚੋੜਨ 'ਚ ਸਾਡੀ ਕੋਈ ਕਸਰ ਨਹੀਂ, ਪਰ ਨਾ ਸਾਨੂੰ ਦੁੱਧ ਦਿਸਦਾ ਨਾ ਸਾਨੂੰ ਖੂਨ ਦਿਸਦਾ ਜੀ। ਬਹੁਤ ਬੜੀਆਂ ਨਹੀਂ ਗੱਲਾਂ ਕਹੀਆਂ, ਪਰ ਅਸੀਂ ਮੁੱਦੇ ਤੇ ਆਈਏ। ਜਿਹੜਾ ਵੋਕ ਟੂ ਸੇਵ ਦਾ ਇੱਕ ਸਿੱਖ ਜਿਹੜਾ ਹੈ ਨਾ, ਸਿੱਖ ਦੀ ਸੋਚ ਹੈ, ਸਿੱਖ ਦੀ ਸੋਚ ਦੇ ਵਿੱਚ ਕੋਈ ਬਾਉਂਡਰੀਜ਼ ਨਹੀਂ ਹੈਗੀਆਂ ਜੀ, ਕੋਈ ਭੇਦਭਾਵ ਨਹੀਂ ਹੈਗਾ ਜੀ, ਕੋਈ ਜਾਤ ਪਾਤ ਨਹੀਂ, ਸਭ ਬਰਾਬਰ। ਜਿਸ ਤਰ੍ਹਾਂ ਹੈ ਕਿ ਇਨਸਾਨੀਅਤ, ਹੁਣ ਜਿਸ ਤਰ੍ਹਾਂ ਨਹੀਂ ਕਿ ਬਲੈਕ ਲਾਈਵਸ ਮੈਟਰ ਤੇ ਕੱਲ ਨੂੰ ਸਿੱਖ ਖੜੇ ਹੁੰਦੇ ਕਹਿੰਦੇ ਸਿੱਖ ਲਾਈਵਸ ਮੈਟਰ, ਫਿਰ ਕਹਿਣਗੇ ਵਾਈਟ ਲਾਈਵਸ ਮੈਟਰ। ਉਸ ਤੋਂ ਫਾਇਦਾ ਕੀ ਹੋਇਆ? ਸਾਰੇ ਬਰਾਬਰ ਹੀ ਹੋ ਗਏ ਨਾ। ਆਪਾਂ ਆਪਣੀ ਲਾਈਫ ਦੀ ਗੱਲ ਕਰਨੀ ਹੈ ਤੇ ਵੀ ਉਹ ਤੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਉਹ ਗੱਲ ਕੀਤੀ।
ਜੀ ਕਿਹਾ ਕਿ ਸਰਬ ਧਰਮ ਹੈ श्रेष्ठ ਧਰਮ, हर को नाम जप निर्मल कर मुनि इंसानियत, किया कि एवरी लाइफ मैटर्स, ह्यूमन ਜੀ लाइफ मैटर्स। तो ਅਸੀਂ ਜੀ ਇਹਨੂੰ ਇਸ ਗਲੋਬਲ ਥਿੰਕਿੰਗ ਦੇ ਬੇਸ ਦੇ ਉੱਤੇ, ਗੁਰੂ ਨਾਨਕ ਦੇਵ ਜੀ ਦੀ ਥਿੰਕਿੰਗ ਦੇ ਬੇਸ ਦੇ ਉੱਤੇ ਐਜ ਜੀ ਟੂ ਸੇਵ ਇਹਨੂੰ ਚਾਹਿਆ ਕਿ ਵਾਈ ਕੀਪ ਇਟ ਟੂ ਯੂਕੇ। ਜੀ ਦੁਨੀਆ ਤੇ ਇਸ ਗਲੋਬਲ ਵਿਲੇਜ ਹੋ ਗਈ ਹੈ, ਅਸੀਂ ਕਹਿ ਰਹੇ ਹਾਂ ਕਿ ਦ ਵਰਲਡ ਇਜ਼ ਅ ਗਲੋਬਲ ਵਿਲੇਜ, ਸੋ ਵਾਈ ਬਿਲਕੁਲ ਕਨਫਾਈਨ ਦਿਸ ਇਨੀਸ਼ੀਏਟਿਵ ਓਨਲੀ ਟੂ ਯੂਕੇ। ਸੋ ਸਾਡਾ ਇਹ ਸੀ ਮਕਸਦ ਕਿ ਦੇਖੋ ਇਹ ਮੈਸੇਜ ਹੈ ਸਾਡੇ ਬੜੂ ਸਾਹਿਬ ਦੇ ਸਪੋਰਟ, ਜਿਸ ਤਰ੍ਹਾਂ ਹੀ ਸਟੂਡੈਂਟ ਦੱਸਿਆ ਮਾਈਕਰੋਸਾਫਟ ਪਹੁੰਚ ਗਏ, ਗੂਗਲ ਪਹੁੰਚ ਗਏ, ਨਾਸਾ ਪਹੁੰਚ ਗਏ, ਪੂਰੀ ਦੁਨੀਆ 'ਚ ਪਹੁੰਚੇ ਨੇ ਸਿੱਖ। ਪੂਰੀ ਜੀ ਇਹ ਵਾਹਿਗੁਰੂ ਦੀ ਕਿਰਪਾ ਹੈ, ਜਿਹੜੇ ਸਿੱਖ ਅੱਜ ਹਰ ਇੱਕ ਕੰਟਰੀ ਦੇ ਵਿੱਚ ਨੇ, ਇਹ ਵਾਹਿਗੁਰੂ ਦੀ ਕਲਾ ਵਰਤ ਰਹੀ ਹੈ ਤੇ ਜੀ ਉਸ ਕਲਾ ਜਿਹੜੀ ਵਰਤ ਰਹੀ ਹੈ ਉਹਨੂੰ ਹੋਰ ਵਰਤਾਉਣ ਦੇ ਵਿੱਚ ਆਪਣਾ ਹਿੱਸਾ ਪਾਈਏ, ਇਹਨੂੰ ਗਲੋਬਲ ਹੀ ਰੱਖੀਏ। ਅਸੀਂ ਆਪਣੀ ਜਿਹੜੀ ਸੋਚ ਹੈ ਉਹਨੂੰ ਲਿਮਟਿਡ ਬਾਕਸ 'ਚ ਨਾ ਬੰਦ ਕਰੀਏ। ਜੀ ਇਹ ਜਿਹੜਾ ਵੋਕ ਟੂ ਸੇਵ ਦਾ ਇਨੀਸ਼ੀਏਟਿਵ ਹੈ ਇਸ ਵਰਲਡ ਵਾਈਡ। ਜੀ ਮੈਸੇਜ ਬੜਾ ਕਲੀਅਰ ਹੈ ਕਿ ਜੋ ਫਾਊਂਡੇਸ਼ਨ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਅਸੀਂ ਉਹ ਬੈਕ ਟੂ ਬੇਸਿਕਸ ਜਾਈਏ। ਜੀ ਨਾਮ ਜਪੋ ਦੇ ਉੱਤੇ ਸਾਡਾ ਇਹ ਕਿਉਂਕਿ ਇਕੱਠਿਆਂ ਦੇ ਉੱਤੇ ਹੁਣ ਹੁੰਦਾ ਸੀ ਕਿ ਅਸੀਂ ਇਕੱਠੇ ਇੱਕ ਦਿਨ ਰਲ ਕੇ ਵੋਕ ਕਰਨਾ, ਉਹ ਤਾਂ ਚਲੋ ਹੁਣ ਆਹ COVID-19 ਕਰਕੇ ਪ੍ਰੋਬਲਮ ਹੈ। ਸੋ ਅਸੀਂ ਰੱਖਿਆ ਕਿ ਅਸੀਂ ਸਾਰੇ ਕਲੈਕਟਿਵਲੀ ਅਸੀਂ 28,000 ਕਿਲੋਮੀਟਰ ਮਿਨੀਮਮ ਟਾਰਗੇਟ ਹੈ ਐਂਡ ਵੀ ਸਪਰੈਡ ਇਟ ਓਵਰ 28 ਡੇਜ਼। ਹੁੰਦਾ ਨਾ ਕਦੀ ਵੀ ਅੱਜ ਮੇਰਾ ਟਾਈਮ ਨਹੀਂ ਲੱਗਾ, ਕਿ ਕੋਈ ਬਾਹਰ ਨਾ ਰਹਿ ਜਾਏ। ਜੀ 28 ਦਿਨਾਂ ਦੇ ਵਿੱਚ ਜਦੋਂ ਵੀ ਤੁਹਾਡਾ ਟਾਈਮ ਲੱਗਦਾ, ਜਿੰਨੇ ਵੀ ਕਿਲੋਮੀਟਰ ਤੁਸੀਂ ਚੱਲ ਸਕਦੇ ਹੋ ਉਹ ਚੱਲੋ। ਕਿਤੇ ਨਾਮ ਜਪਣ ਦਾ ਸਿਧਾਂਤ ਹੈ, ਅਸੀਂ ਇਹ ਕਰੀਏ ਵੀ ਅਸੀਂ ਇਕੱਲਿਆਂ ਨੇ ਵੋਕ ਕਰਨਾ ਜਾਂ ਗਰੁੱਪ ਦੇ ਵਿੱਚ ਵੀ ਕਰਨਾ, ਅਸੀਂ ਥੋੜੀ ਡਿਸਟੈਂਸਿੰਗ ਰੱਖ ਕੇ ਅਸੀਂ ਹਰ ਇੱਕ ਸਟੈਪ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀਏ। ਜੀ ਸੋ ਇਹ ਬਹੁਤ ਵੱਡੀ ਗੱਲ ਹੈ। ਐਂਡ ਇਹ ਸਿਮਰਨ ਇਹਦੀ ਕੁਆਂਟੀਟੀ ਦੀ ਗੱਲ ਨਹੀਂ ਹੁੰਦੀ, ਇਹ 'ਚ ਕੁਆਲਿਟੀ ਦੀ ਗੱਲ ਹੁੰਦੀ ਕਿ ਇੱਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਤੋ ਜੇ ਅਸੀਂ ਪੂਰਾ ਗੁਰੂ ਨਾਨਕ ਦੇਵ ਜੀ ਦੇ ਪਿਆਰ ਦੇ ਵਿੱਚ ਆ ਕੇ ਵਾਹਿਗੁਰੂ ਨੂੰ ਯਾਦ ਕਰਾਂਗੇ, ਇੱਕ ਸਟੈਪ ਵੀ ਸਾਡਾ ਇਹ ਜੀਵਨ ਤੋਂ ਮੁਕਤੀ ਸਾਨੂੰ ਦਵਾ ਸਕਦਾ। ਤੋ ਨਾਮ ਜਪਣ ਦੇ ਉੱਤੇ ਕਹਿੰਦੇ ਕਿ ਤੁਸੀਂ ਜਿੰਨੇ ਵੀ ਸਟੈਪ ਚੱਲਣੇ ਨੇ, ਉਹਦੇ ਹਰ ਇੱਕ ਸਟੈਪ ਦੇ ਨਾਲ ਤੁਸੀਂ ਵਾਹਿਗੁਰੂ ਕਹਿਣਾ। ਚੱਲਣਾ ਜਿਹੜਾ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੈ, ਤੁਸੀਂ ਇੱਕ ਬੜੇ ਮਿਸ਼ਨ ਵਾਸਤੇ ਚੱਲ ਰਹੇ ਹੋ, ਉਹ ਇਹ ਤੋਂ ਵੱਡੀ ਕਿਰਤ ਹੋਰ ਕੋਈ ਨਹੀਂ। ਤੁਸੀਂ ਆਪ ਜੁੜ ਰਹੇ ਹੋ, ਸੰਗਤਾਂ ਨੂੰ ਨਾਲ ਜੋੜ ਰਹੇ ਹੋ, ਤੇ ਨਾਲ ਕਿੱਡਾ ਬੜਾ ਮਿਸ਼ਨ ਹੈ ਜਿਹਦੇ ਵਿੱਚ ਸਟੂਡੈਂਟ ਪੜ੍ਹ ਕੇ ਦੇਖੋ। ਬੜੂ ਸਾਹਿਬ ਦਾ ਮਿਸ਼ਨ, ਮੈਂ ਉੱਥੇ ਗਿਆ ਤੇ ਮੈਨੂੰ ਪਤਾ ਲੱਗਾ ਕਿ ਬਾਬਾ ਜੀ ਦਾ ਫੋਕਸ ਪਿਓਰਲੀ ਹੈਗਾ ਕਿ ਤੁਸੀਂ ਇੱਥੇ ਐਜ਼ ਅ ਸਟੂਡੈਂਟ ਆਏ ਹੋ, ਲਰਨ ਆਏ ਹੋ, ਕਿਸੇ ਅਸੀਂ ਕੰਟਰੋਵਰਸੀ 'ਚ ਨਹੀਂ ਪੈਣਾ। ਮੈਂ ਦੇਖਿਆ ਕਿ ਭਾਵੇਂ ਸਾਡੀ ਕੌਮ ਨੇ ਰਲ ਕੇ ਇੱਕ ਰਹਿਤ ਮਰਿਆਦਾ ਨਿਤਨੇਮ ਬਣਾਇਆ, ਪਰ ਉਹਦੇ 'ਚ ਅਸੀਂ ਜਿੰਨੇ ਬੰਦੇ ਉਨੇ ਨਿਤਨੇਮ ਵਾਲੀ ਗੱਲ ਕਰ ਦਿੱਤੀ। ਤੋ ਬਾਬਾ ਜੀ ਨੇ ਉਹ ਬੜਾ ਸਿੰਪਲ ਜਿਹਾ ਰੂਲ ਬਣਾਤਾ ਕਿ ਅਸੀਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੰਨਾ ਵੀ ਟਾਈਮ ਦੇ ਸਕਦੇ ਹੋ ਦਵੋ ਜੀ। ਵੈਲਿਊਜ਼ ਦੇ ਉੱਤੇ ਆਪਣੀ ਓਨ ਰਿਸਰਚ ਕਰੋ, ਆਪਣੇ ਅੰਦਰੋਂ ਤੁਹਾਡੇ ਜੋ ਗੁਰੂ ਨਾਨਕ ਦੇਵ ਜੀ ਤੁਹਾਨੂੰ ਅੰਦਰੋਂ ਤੁਹਾਡੀ ਆਵਾਜ਼ ਆਏਗੀ, ਉਹਦੇ ਹਿਸਾਬ ਨਾਲ ਤੁਸੀਂ ਆਪਣਾ ਚੱਲੋ। ਅਸੀਂ ਕੋਈ ਉਹਦੇ ਤੇ ਕੋਈ ਡਿਸਕਸ਼ਨ ਨਹੀਂ। ਤੁਸੀਂ ਐਕੈਡੈਮਿਕ ਜਿੰਨੀ ਮਿਹਨਤ ਕਰਨੀ ਕਰੋ, ਜਿੰਨੀਆਂ ਮਰਜ਼ੀ ਹਾਈ ਪੋਸਟਾਂ ਤੇ ਪਹੁੰਚੋ, ਪਰ ਨੌਕਰੀ ਲਾਈਫ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਰਨੀ ਹੈ, ਹੋਰ ਕਿਸੇ ਦੀ ਨੌਕਰੀ ਨਹੀਂ ਕਰਨੀ। ਬਿਲਕੁਲ। ਉਹ ਸੰਗਤਾਂ ਦੇ ਅੱਗੇ ਇਹੋ ਹੀ ਬੇਨਤੀ ਹੈ ਕਿ ਇਹ ਜਿਹੜਾ ਇਨੀਸ਼ੀਏਟਿਵ ਹੈ, ਇਹਦੀ ਅਸੀਂ ਹੋਰ ਡਿਟੇਲ ਤੁਹਾਨੂੰ ਹਰ ਇੱਕ ਪ੍ਰੋਗਰਾਮ ਦੇ ਵਿੱਚ ਹੁਣ ਦਿੰਦੇ ਰਹਾਂਗੇ। ਟਾਈਮ ਆਉਣੇ ਵਾਲਾ ਹੈ। ਸਭ ਤੋਂ ਪਹਿਲਾ ਸਟੈਪ ਇਹ ਹੈ ਕਿ ਇਹਦੇ ਵਾਸਤੇ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਤੇ ਵੋਕ ਟੂ ਸੇਵ ਦੇ ਵਿੱਚ ਪਾਰਟਿਸਿਪੇਟ ਜ਼ਰੂਰ ਕਰੋ। ਤੇ ਜਿਹੜੀ ਵੈਲਿਊਜ਼ ਹੈ, ਨਾਮ ਜਪੋ, ਕਿਰਤ ਕਰੋ ਤੇ ਕਨਸੈਪਟ ਹੈ। ਜੇ ਕਿਤੇ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦਾ ਉਹ ਕਨਸੈਪਟ ਮੰਨਿਆ ਹੁੰਦਾ ਤੇ ਅੱਜ ਖਾਲਸਾ ਰਾਜ ਪੱਕਾ ਸੀ ਜੀ। ਹੁਣ ਅਸੀਂ ਮੈਂ ਮੈਸੇਜ ਦੇਖਿਆ WhatsApp ਤੇ, ਉਹ ਦੱਸ ਰਹੇ ਸੀ ਕਿ ਜੇ ਉਹ 20 ਰੁਪਏ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਸੱਚੇ ਸੌਦੇ ਦੇ ਵਿੱਚ ਲੰਗਰ ਤੇ ਖਰਚੇ ਸੀ, ਜੇ ਉਸ 20 ਰੁਪਏ ਨੂੰ ਅਸੀਂ ਇਨਵੈਸਟਮੈਂਟ ਐਜ਼ ਏ ਇਨਵੈਸਟਮੈਂਟ ਬਿਜ਼ਨਸ ਇਨਵੈਸਟਮੈਂਟ ਦੇਖੀਏ, ਉਹਨੂੰ 5 ਸਾਲ ਬਾਅਦ ਡਬਲ ਕਰੀ ਜਾਈਏ, ਤੋ ਅੱਜ ਤੱਕ ਉਹ ਕਰੋੜਾਂ ਅਰਬਾਂ ਦੀ ਪੂੰਜੀ ਬਣ ਜਾਂਦੀ ਹੈ ਜੀ। ਤੇ ਜੇ ਕਦੀ ਅਸੀਂ ਆਪਣੇ ਅਮਲੀ ਜੀਵਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਵੈਲਿਊਜ਼, ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਲਿਆਇਆ ਹੁੰਦਾ, ਤੇ ਅੱਜ ਸਾਡੀ ਕੌਮ ਜੋ ਅੱਜ ਹਾਲਤ ਹੈ ਕਿ ਪੰਜਾਬ ਜੋ ਸਾਡਾ ਬੇਸ ਹੈ, ਉਹਦੀ ਜੋ ਤਰਸਯੋਗ ਹਾਲਤ ਹੋਈ ਹੈ ਤੇ ਉਹ ਕਦੀ ਨਹੀਂ ਹੋ ਸਕਦੀ ਸੀ ਜੀ। ਇਹ ਹੈ ਕਿ ਵਾਹਿਗੁਰੂ ਦੀ ਕਲਾ ਤਾਂ ਇਹ ਹੈ ਕਿ ਅਸੀਂ ਪੂਰੀ ਦੁਨੀਆ ਤੇ ਰਾਜ ਕਰੀਏ ਇਨ ਦਾ ਸੈਂਸ ਕਿ ਜਿਹੜੀ ਵੈਲਿਊਜ਼ ਹੈ ਉਹ ਯੂਨੀਵਰਸਲ ਹੈ, ਉਹਦੇ 'ਚ ਕੋਈ ਭੇਦਭਾਵ ਨਹੀਂ ਹੈ। ਇੱਕ ਸਿੱਖ ਹੀ ਐਸਾ ਹੈ ਜੋ ਕਿ ਹਿੰਦੂ ਨੂੰ ਵੀ ਕਹਿੰਦਾ ਆ ਭਾਈ ਮੇਰੇ ਨਾਲ ਚੱਲ, ਔਰ ਮੈਂ ਤੇਰੇ ਨਾਲ ਚੱਲਦਾ, ਆ ਭਾਈ ਤੂੰ ਕ੍ਰਿਸਚੀਅਨ ਹੈ, ਮੁਸਲਮਾਨ, ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ। ਜਿੱਦਾਂ ਕਿ COVID-19 ਦੇ ਵਿੱਚ ਸਾਰਿਆਂ ਨੇ ਦੇਖਿਆ ਕਿ ਜਿਸ ਤਰ੍ਹਾਂ ਦੀ ਲੰਗਰ ਸੇਵਾ ਸਿੱਖਾਂ ਨੇ ਕੀਤੀ ਹੈ, ਪੂਰੀ ਦੁਨੀਆ ਮੰਨ ਗਈ, ਅਮਰੀਕਾ ਤੋਂ ਇੰਡੀਆ ਤੋਂ ਲੈ ਕੇ ਸਾਰੇ ਦੇਸ਼ਾਂ ਦੇ ਵਿੱਚ ਵੀ ਇਹ ਕੌਮ ਕਿਸ ਤਰ੍ਹਾਂ ਦੀ ਕੌਮ ਹੈ। ਇੰਡੀਆ ਵਾਲੇ ਵੀ ਕਹਿੰਦੇ ਵੀ ਇੰਨੀ ਇਹਨਾਂ ਨੂੰ ਮਾਰ ਪਈ ਹੈ, ਹਾਲੇ ਸਾਨੂੰ ਫਿਰ ਲੰਗਰ ਖਿਲਾਈ ਜਾ ਰਹੇ ਨੇ
ਜੀ ਪਰ ਇਹਦੇ ਪਿੱਛੇ ਜੋ ਰਾਜ ਹੈ ਗੁਰੂ ਨਾਨਕ ਦੇਵ ਜੀ ਦਾ, ਉਹ ਤੇ ਪਰਮਾਤਮਾ ਹੀ ਜਾਣਦਾ, ਤੇ ਉਹਦਾ ਫਲ ਵੀ ਪਰਮਾਤਮਾ ਹੀ ਦੇਵੇਗਾ ਇਸ ਕੌਮ ਨੂੰ। ਜੀ ਅਸੀਂ ਆਪਣੀ ਡਿਊਟੀ ਤੇ ਡਟੇ ਰਹੀਏ। ਜੀ ਬਿਲਕੁਲ ਜੀ। ਟੂ ਸੇਵ ਦੇ ਵਿੱਚ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਰਜਿਸਟ੍ਰੇਸ਼ਨ ਕਰਾ ਕੇ 28 ਦਿਨ ਹੈ, ਕੋਈ ਐਕਸਕਿਊਜ਼ ਨਹੀਂ। ਉਹਦੇ ਵਿੱਚ ਜ਼ਰੂਰ ਜਿਹੜੀ ਵੈਲਿਊਜ਼ ਦੀ ਗੱਲ ਕੀਤੀ ਹੈ ਉਹਨਾਂ ਬਾਰੇ ਥੋੜਾ ਧਿਆਨ ਦੇਵੋ। ਵਾਹਿਗੁਰੂ ਦਾ ਸਿਮਰਨ ਕਰਨਾ ਹਰ ਸਟੈਪ ਦੇ ਨਾਲ। ਕਲਗੀਧਰ ਟਰੱਸਟ ਬਾਰੇ ਦੇਖੋ ਕਿ ਕੀ ਆਰਗੇਨਾਈਜੇਸ਼ਨ ਕੀ ਕਰ ਰਹੀ ਹੈ। ਰੀਬੂਟ ਪੰਜਾਬ ਦਾ ਸੀ ਕਿ ਜਿਹੜਾ ਸਾਡਾ ਬੇਸ ਹੈ ਅਸੀਂ ਉਹਨੂੰ ਸਟਰੋਂਗ ਕਰਨਾ। ਉੱਥੇ ਹਜ਼ਾਰਾਂ ਹੀ ਬੱਚੇ ਆ ਜਿਹੜੇ ਸਕੂਲਾਂ ਦੀ ਫੀਸ ਨਹੀਂ ਦੇ ਸਕਦੇ, ਤੇ ਉਹਨਾਂ ਨੂੰ ਸਪਾਂਸਰ ਕਰੀਏ। ਹੁਣ ਇਸ ਵੇਲੇ ਜਿਹੜਾ COVID-19 ਦਾ ਇੰਨਾ ਸੀਰੀਅਸ ਚੈਲੰਜ ਹੈ ਕਿ ਗਵਰਨਮੈਂਟ, ਹਾਈ ਕੋਰਟ, ਸੁਪਰੀਮ ਕੋਰਟ ਫੈਸਲੇ ਦੇ ਰਹੀ ਹੈ ਕਿ ਜੇ ਬੱਚੇ ਸਕੂਲ ਨਹੀਂ ਜਾ ਰਹੇ ਤੇ ਫੀਸਾਂ ਦੀ ਕੋਈ ਲੋੜ ਨਹੀਂ ਜੀ। ਦੱਸੋ ਵੀ ਇਹ ਕੰਟਰੀ ਦੇ ਵਿੱਚ ਤਾਂ ਟੀਚਰਾਂ ਦੀਆਂ ਸਾਰੀਆਂ ਦੀਆਂ ਤਨਖਾਹਾਂ ਗਵਰਨਮੈਂਟ ਦੇ ਰਹੀ ਹੈ। ਜਿਹੜੇ ਟੀਚਰ ਹੈ ਉਹਨਾਂ ਦੀਆਂ ਤਨਖਾਹਾਂ ਕਿੱਥੋਂ ਆਉਣਗੀਆਂ? ਸਰਕਾਰ ਜਾਂ ਤਾਂ ਕਹੇ ਵੀ ਹਾਂ ਭਾਈ ਅਸੀਂ ਤੁਹਾਡੇ ਸਾਰੇ ਖਰਚੇ ਦੇਵਾਂਗੇ, ਜਿਹੜੇ ਸਟੂਡੈਂਟ ਹੈ ਉਹਨਾਂ ਤੋਂ ਫੀਸ ਨਹੀਂ ਲੈਣੀ। ਕੋਈ ਸਪੋਰਟ ਨਹੀਂ ਹੈਗੀ ਉਹਨਾਂ ਨੂੰ ਇਸ ਵੇਲੇ, ਸਰਕਾਰ ਦੀ ਕੋਈ ਸਪੋਰਟ ਨਹੀਂ, ਕਿਸੇ ਜਥੇਬੰਦੀ ਦੀ ਸਪੋਰਟ ਨਹੀਂ ਕਿ ਭਾਈ ਇਹ ਹਾਰਡ ਟਾਈਮ ਹੈ ਤੁਹਾਡੇ ਨਾਲ ਖੜੇ ਹਾਂ। ਸਿਰਫ ਇੱਕ ਵਾਹਿਗੁਰੂ ਦਾ ਆਸਰਾ ਤੇ ਇੱਕ ਸੰਗਤ ਦੀ ਸੋਚ ਤੇ ਸੰਗਤ ਦੇ ਆਸਰੇ ਦੇ ਸਿਰ ਤੇ ਚੱਲ ਰਹੀ ਹੈ ਆਰਗੇਨਾਈਜੇਸ਼ਨ। ਨਹੀਂ ਤੇ ਪਿੰਡਾਂ ਦੇ ਵਿੱਚ ਜਾ ਕੇ ਸਕੂਲ ਖੋਲ੍ਹਣੇ, ਇਸ ਤਰ੍ਹਾਂ ਦੀ ਕੰਡੀਸ਼ਨ ਲਾਉਣੀ ਕਿ ਜੇ ਤੁਸੀਂ ਸਿੱਖ ਪਰਿਵਾਰ ਦੇ ਬੱਚੇ ਹੋ ਤਾਂ ਸਿੱਖੀ ਸਰੂਪ ਦੇ ਵਿੱਚ ਰਹਿਣਾ ਤੇ ਨਿਤਨੇਮ ਜ਼ਰੂਰ ਕਰਨਾ ਕੰਪਲਸਰੀ। ਇਹਨਾਂ ਕੰਡੀਸ਼ਨਾਂ ਨੂੰ ਲਾ ਕੇ ਕਿਹੜਾ ਬਿਜ਼ਨਸ ਬਚ ਸਕਦਾ? ਸੋ ਇਹ ਇਸ ਵੇਲੇ ਸਾਡੇ ਪੂਰੇ ਸਿੱਖ ਪੰਥ ਨੂੰ ਇੱਕ ਸੋਚਣ ਦੀ ਗੱਲ ਹੈ ਕਿ ਬਹੁਤ ਹੀ ਵੱਡਾ ਮਿਸ਼ਨ ਹੈ ਤੇ ਬਹੁਤ ਹੀ ਇੰਪੋਰਟੈਂਟ ਮਿਸ਼ਨ ਹੈ ਤੇ ਬਹੁਤ ਹੀ ਵੱਡਾ COVID-19 ਦਾ ਚੈਲੰਜ ਹੈ। ਸੋ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਵਰਲਡ ਵਾਈਡ ਇਨੀਸ਼ੀਏਟਿਵ ਲੈ ਕੇ ਆਏ ਆ ਕਲਗੀਧਰ ਟਰੱਸਟ ਵੱਲੋਂ, ਇਹਦੇ ਵਿੱਚ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਕੇ ਪਾਰਟਿਸਿਪੇਟ ਕਰੋ ਤੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੀ ਬਿਲਕੁਲ ਜੀ ਅਟਵਾਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ COVID-19 ਨੇ ਤਾਂ ਵੱਡੀ ਸਰਕਾਰਾਂ ਦੀ ਕਹਿ ਲਓ ਵੀ ਬੱਸ ਕਰਾਈ ਹੈ, ਚੈਲੰਜ ਦਿੱਤਾ ਹੈ ਉਹਨਾਂ ਨੂੰ, ਤੇ ਇੱਕ ਆਰਗੇਨਾਈਜੇਸ਼ਨ ਜਿਹੜੀ ਆਲਰੇਡੀ ਸੰਗਤ ਦੇ ਵਿੱਚ ਤੇ ਚੱਲਦੀ ਹੈ। ਸੋ ਇਹਦੇ 'ਚ ਮੰਨਣ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਕਿ ਉਹ ਵੀ ਇੱਕ ਹਾਰਡ ਟਾਈਮ ਫੇਸ ਕਰ ਰਹੀ ਹੈ। ਤੁਸੀਂ ਮੈਸੇਜ ਦਿੱਤਾ ਕਿ ਸੰਗਤਾਂ ਜਿਹੜੀਆਂ ਹੈ ਉਹਦੇ ਵਿੱਚ ਵੀ ਸਪੋਰਟ ਕਰ ਸਕਦੀਆਂ ਹਨ COVID-19 ਦੇ ਵਿੱਚ ਆਰਗੇਨਾਈਜੇਸ਼ਨ ਨੂੰ ਕਿਸੇ ਵੀ ਤਰ੍ਹਾਂ ਕੋਈ ਸਪੋਰਟ ਕਰਨਾ ਚਾਹੇ ਤਾਂ। ਤੁਸੀਂ ਗੱਲ ਕਹੀ ਹੈ ਜੀ, ਭੈਣ ਜੀ ਨੇ ਵੀ ਗੱਲ ਕਹੀ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਐਵਰੀ ਲਾਈਫ ਮੈਟਰ, ਕਿ ਮਤਲਬ ਕਿ ਸਾਰੀ ਜੋ ਕਹਿ ਲਓ ਰੇਸ ਹੈ ਪੂਰੀ ਦੁਨੀਆ ਦੀ ਰਿਕੋਗਨਾਈਜ਼ ਐਜ਼ ਵਨ। ਸੋ ਦੇਖੋ ਉਹਨਾਂ ਨੇ ਸਿਰਫ ਕਿਹਾ ਹੀ ਨਹੀਂ, ਉਹਨਾਂ ਨੇ ਦੇਖੋ ਕਿਸ ਤਰ੍ਹਾਂ ਪ੍ਰੂਵ ਕਰਕੇ ਦਿੱਤਾ ਕਿ ਉਹ ਜਿੱਥੇ ਵੀ ਗਏ, ਤਿੱਬਤ ਗਏ, ਚਾਹੇ ਸ਼੍ਰੀਲੰਕਾ ਗਏ, ਚਾਹੇ ਉਹ ਗਏ ਹੈਗੇ ਜੰਮੂ ਕਸ਼ਮੀਰ, ਕਿਤੇ ਮਿਡਲ ਈਸਟ, ਕਿਤੇ ਮੱਕਾ ਗਏ ਜੀ, ਹੈ ਨਾ। ਰਸਤੇ ਦੇ ਵਿੱਚ ਉਹਨਾਂ ਦੇ ਡੈਜ਼ਰਟ ਵੀ ਆਏ, ਮਾਊਂਟੇਨ ਵੀ ਆਏ, ਸਮੁੰਦਰ ਵੀ ਆਏ, ਤੇ ਮਤਲਬ ਜਿੱਥੇ ਜਿੱਥੇ ਵੀ ਉਹ ਗਏ, ਹੁਣ ਉੱਥੇ ਦੇ ਜੋ ਵੀ ਨੇਟਿਵ ਲੋਕ ਸੀਗੇ ਉਸ ਵਕਤ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਆਪਣਾ ਸਮਝਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਅਪਣਾਇਆ, ਇਸੇ ਤਰ੍ਹਾਂ ਉਹਨਾਂ ਨੇ ਵੀ ਅਪਣਾਇਆ। ਤੇ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਫੋਲੋ ਕਰਦੇ ਹਾਂ ਤੇ ਉਹਨਾਂ ਦੇਸ਼ਾਂ ਵਿੱਚ ਵੀ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਜੀ ਨੂੰ ਉਸੇ ਤਰ੍ਹਾਂ ਮੰਨਿਆ ਜਾਂਦਾ। ਫੋਰ ਐਗਜ਼ਾਮਪਲ ਤਿੱਬਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਾਂਦਾ ਜੀ ਨਾਨਕ ਲਾਮਾ, ਇਰਾਕ ਦੇ ਵਿੱਚ ਕਿਹਾ ਜਾਂਦਾ ਨਾਨਕ ਪੀਰ, ਨੇਪਾਲ ਦੇ ਵਿੱਚ ਕਿਹਾ ਜਾਂਦਾ ਜੀ ਨਾਨਕ ਰਿਸ਼ੀ, ਇਜਿਪਟ ਦੇ ਵਿੱਚ ਕਿਹਾ ਜਾਂਦਾ ਨਾਨਕ ਵਲੀ, ਸ਼੍ਰੀਲੰਕਾ 'ਚ ਕਿਹਾ ਜਾਂਦਾ ਜੀ ਨਾਨਕ ਚਰਿਆ। ਸੋ ਇਹ ਤਾਂ ਕੁਝ ਐਗਜ਼ਾਮਪਲਸ ਨੇ, ਹੋਰ ਵੀ ਕਿੰਨੇ ਦੇਸ਼ ਹੈ ਜਿੱਥੇ ਕਿ ਉਹਨਾਂ ਨੂੰ ਡਿਫਰੈਂਟ ਨਾਮਸ ਦੇ ਨਾਲ ਬੁਲਾਇਆ ਜਾਂਦਾ। ਸੋ ਯੂਨੀਵਰਸਲੀ ਜਿਹੜੀ ਕਹਿ ਲਓ ਪੂਰੇ ਵਰਲਡ ਨੂੰ ਇੱਕ ਗਲੋਬਲ ਵਿਲੇਜ ਇੱਕ ਮੰਨਣ ਦੀ ਗੱਲ ਹੈ, ਜਿਹੜੀ ਬਿਲਕੁਲ ਐਗਰੀ ਕਰਦਾ ਜੀ ਮੈਂ ਤੁਹਾਡੇ ਨਾਲ। ਤੇ ਅਟਵਾਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 28,000 ਕਿਲੋਮੀਟਰ ਚੱਲਣਾ ਹੈਗਾ 28 ਦਿਨਾਂ ਦੇ ਵਿੱਚ, ਫਿਰ ਇਹਦੀ ਮੇਜਰਮੈਂਟ ਕਿਸ ਤਰ੍ਹਾਂ ਹੋਏਗੀ ਕਿ ਕੌਣ ਕਿੰਨੇ ਸਟੈਪ ਚੱਲਿਆ ਤੇ ਕਿੰਨੇ ਕਿਲੋਮੀਟਰ ਹੋ ਗਏ ਹੈ? ਤੇ ਕਿਉਂਕਿ ਜੇ ਮੰਨ ਲਓ ਲੋਕ ਤੁਹਾਡੇ ਨਾਲ ਬਹੁਤ ਵੱਡੀ ਗਿਣਤੀ 'ਚ ਜੁੜਦੇ ਹੈ ਤੇ ਤੁਸੀਂ ਮੋਨੀਟਰ ਕਿਸ ਤਰ੍ਹਾਂ ਕਰੋਗੇ? ਦੇਖੋ, ਮੋਨੀਟਰਿੰਗ ਤੇ ਅਸੀਂ ਜਿਹੜੀ ਇੱਕ ਜੋ ਐਪਲੀਕੇਸ਼ਨ ਬੜੂ ਨੈਟ ਐਪਲੀਕੇਸ਼ਨ ਦੇ ਉੱਤੇ ਡਿਵੈਲਪ ਕਰ ਰਹੇ ਹਾਂ, ਉਹਦਾ ਹਾਲੇ ਅਸੀਂ ਅਗਲੇ ਵੀਕ ਤੁਹਾਨੂੰ ਜ਼ਿਆਦਾ ਡਿਟੇਲ 'ਚ ਦੱਸਾਂਗੇ। ਅੱਛਾ ਜੀ। ਤੋ ਇਸ਼ੂ ਇਸ ਵੇਲੇ ਜ਼ਿਆਦਾ ਮੈਜਰਮੈਂਟ ਦਾ ਨਹੀਂ ਹੈ, ਇਸ਼ੂ ਇਸ ਵੇਲੇ ਹੈ ਪਾਰਟੀਸਿਪੇਸ਼ਨ ਦਾ ਜੀ। ਪਾਰਟੀਸਿਪੇਸ਼ਨ ਦੇ ਵਿੱਚ ਤੁਸੀਂ ਇਹਦੇ 'ਚ ਆਪਣਾ ਸਪਾਂਸਰਸ਼ਿਪ ਲੈਂਦੇ ਹੋ, ਜਸਟ ਗਿਵਿੰਗ ਦੇ ਪੇਜ ਤੇ ਜਾਂਦੇ ਹੋ, ਉਹਦੇ ਤੇ ਆਪਣੇ ਟਾਰਗੇਟ ਸੈੱਟ ਕਰਦੇ ਹੋ। ਸੋ ਕੀ ਇਸ਼ੂ ਇਸ ਵੇਲੇ ਹੈਗਾ ਰਜਿਸਟ੍ਰੇਸ਼ਨ ਦਾ, ਕਿ ਸਾਰੇ ਰਜਿਸਟ੍ਰੇਸ਼ਨ ਤੋਂ ਸਾਨੂੰ ਪਤਾ ਲੱਗ ਜਾਏਗਾ ਕਿੰਨੇ ਆਪਣੇ ਵਰਲਡ ਵਾਈਡ ਪਾਰਟੀਸਿਪੇਸ਼ਨ ਹੈ ਜੀ। ਉਸ ਤੋਂ ਬਾਅਦ ਹੈ ਕਿ ਤੁਸੀਂ ਆਪਣਾ ਟਾਰਗੇਟ ਆਪ ਸੈੱਟ ਕਰਨਾ ਕਿ ਮੇਰੀ ਇੰਨੀ ਕਮਿਟਮੈਂਟ ਹੈ, ਇੰਨੇ ਕਿਲੋਮੀਟਰ ਮੈਂ ਚੱਲਣਾ, ਇੰਨੀ ਫੰਡ ਰੇਜ਼ਿੰਗ ਕਰਨੀ ਹੈ ਇਸ ਮਿਸ਼ਨ ਦੇ ਵਾਸਤੇ। ਤੇ ਨਾਲ ਜਿਹੜਾ ਉਹ ਜਿਸ ਤਰ੍ਹਾਂ ਹੁਣ ਤੁਹਾਡੇ ਆਈਫੋਨ ਤੇ ਹੈ, ਆਟੋਮੈਟਿਕਲੀ ਤੁਹਾਡੇ ਨੰਬਰ ਆਫ ਸਟੈਪਸ ਤੇ ਨੰਬਰ ਆਫ ਕਿਲੋਮੀਟਰਸ ਤੁਹਾਡੇ ਆ ਜਾਂਦੇ ਨੇ।
ਸੋ ਜਿਹੜੀ ਐਪਲੀਕੇਸ਼ਨ ਅਸੀਂ ਡਿਵੈਲਪ ਕਰ ਰਹੇ ਹਾਂ ਬੜੂਨੈਟ ਐਪਲੀਕੇਸ਼ਨ ਦੇ ਵਿੱਚ, ਉਹ ਸਾਰਿਆਂ ਨੂੰ ਉਹ ਡਾਊਨਲੋਡ ਕਰਕੇ ਤੁਸੀਂ ਆਪਣੇ ਫੋਨ ਦੇ ਉੱਤੇ ਨਾਲ ਫੋਨ ਰੱਖੋਗੇ ਤੇ ਉਹ ਆਟੋਮੈਟਿਕਲੀ ਤੁਹਾਡੇ ਸਾਰੇ ਸਟੈਪਸ ਤੇ ਸਾਰਾ ਡਿਸਟੈਂਸ ਉਹ ਹੋ ਜਾਏਗਾ ਤੇ ਵਰਲਡ ਵਾਈਡ ਜਿੰਨੇ ਵੀ ਪਾਰਟਿਸਿਪੇਟ ਕਰ ਰਹੇ ਉਹਨਾਂ ਦੀ ਫਿਗਰ ਸਾਡੇ ਕੋਲ ਆ ਜਾਏਗੀ ਜੀ। ਠੀਕ ਹੈ ਜੀ। ਸੋ ਅਸੀਂ ਹਾਂਜੀ ਕੋਸ਼ਿਸ਼ ਤੇ ਇਹ ਹੈ ਕਿ ਦੇਖੋ 28000 ਤਾਂ ਸਾਡਾ ਇੱਕ ਕਮਿਟਮੈਂਟ ਹੁੰਦੀ ਹੈ ਕਰਨਾ ਹੈ, ਪਰ ਮੈਂ ਵਰਲਡ ਵਾਈਡ ਤੇ ਸਾਡਾ ਇਹ ਟਾਰਗੇਟ ਮਚ ਹਾਇਰ ਰੱਖਣਾ ਚਾਹੀਦਾ ਤੇ ਮੈਜਰਮੈਂਟ ਦੀ ਐਡੀ ਵੱਡੀ ਗੱਲ ਨਹੀਂ ਹੈਗੀ ਕਿ ਜੇ ਸਾਡੇ ਕੋਲ ਰਜਿਸਟ੍ਰੇਸ਼ਨ ਦੇ ਵਿੱਚ ਆ ਗਿਆ ਵੀ ਸਾਡੇ ਕੋਲ ਚਲੋ 10,000 15,000 ਪਾਰਟਿਸਿਪੇਟ ਕਰ ਰਹੇ ਨੇ ਜੀ ਤੇ ਜੇ 1 2 5 10 ਕਿਲੋਮੀਟਰ ਵੀ ਕਰ ਰਿਹਾ 28 ਦਿਨ ਬਹੁਤ ਲੌਂਗ ਟਾਈਮ ਹੁੰਦਾ ਹੈ ਨਾ ਜੀ। ਸੋ ਸਾਨੂੰ ਕੋਈ ਬੇਸਿਕ ਸੈਟੀਸਫੈਕਸ਼ਨ ਇਹ ਹੈ ਕਿ ਵੀ ਹੈਵ ਅਚੀਵ ਦਾ ਟਾਰਗੇਟ ਜੀ। ਸੋ ਉਹਦਾ ਅਸੀਂ ਸਿਸਟਮ ਸਾਰਾ 1 ਬਾਈ 1 ਸਟੈਪ 1 2 3 ਅਸੀਂ ਪ੍ਰੋਗਰਾਮ 'ਚ ਤੁਹਾਨੂੰ ਦੱਸਾਂਗੇ ਕਿ ਇਸ ਵੇਲੇ ਜਿਹੜਾ ਸਟੈਪ 1 ਹੈ ਕਿ ਉਹ ਰਜਿਸਟ੍ਰੇਸ਼ਨ ਦਾ ਹੈ ਕਿ ਤੁਸੀਂ ਰਜਿਸਟਰ ਕਰੋ ਕਿ ਯੈਸ ਆਮ ਗੋਇੰਗ ਟੂ ਪਾਰਟਿਸਿਪੇਟ ਇਨ ਦਿਸ ਨੋਬਲ ਕੋਜ਼, ਆਮ ਗੋਇੰਗ ਟੂ ਵਾਕ ਵਟਐਵਰ ਡਿਸਟੈਂਸ ਇਨ ਯੂਰ ਓਨ ਟਾਈਮ ਵਟਐਵਰ ਯੂ ਡਿਸਾਈਡ। ਪਰ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹਦੇ ਪਿੱਛੇ ਮੈਸੇਜ ਹੈ ਉਹ ਮੈਸੇਜ ਬਹੁਤ ਵੱਡਾ ਹੈ ਜੀ। ਗੁਰੂ ਨਾਨਕ ਦੇਵ ਜੀ ਦਾ ਮੈਸੇਜ ਹੈ ਕਿ ਜਿਹੜੇ ਵਨਨੈਸ ਹੈ, ਦੇਖੋ ਅਸੀਂ ਭੁੱਲ ਜਾਂਦੇ ਆ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹਦੇ ਨਾਲੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਪਰਮਾਤਮਾ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆ ਕੇ ਇੱਕ ਆਮ ਇਨਸਾਨ ਵਾਂਗੂ ਰਹਿ ਕੇ ਤੁਹਾਨੂੰ ਦੱਸ ਰਿਹਾ ਕਿ ਲਾਈਫ ਦਾ ਮਕਸਦ ਇਹ ਹੈ। 70 ਸਾਲ ਦੀ ਉਮਰ ਦੇ ਵਿੱਚ ਖੇਤੀਬਾੜੀ ਦਾ ਕੰਮ ਕਰ ਰਹੇ ਨੇ। ਸੋ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ, ਇਹਨਾਂ ਵੈਲਿਊਜ਼ ਨੂੰ ਅਸੀਂ ਅੰਡਰਮਾਈਨ ਕਰ ਦਿੱਤਾ, ਇਗਨੋਰ ਕਰ ਦਿੱਤਾ, ਕੋਈ ਸਾਡੀ ਪ੍ਰਾਇੋਰਟੀ ਨਹੀਂ, ਕਿਸੇ ਪਾਸੇ ਅਸੀਂ ਨਹੀਂ ਇਹਨਾਂ ਵਾਸਤੇ ਧਿਆਨ ਨਹੀਂ ਦੇ ਸਕੇ। ਸੋ ਉਹਦਾ ਜੋ ਵੀ ਨੁਕਸਾਨ ਅਸੀਂ ਪੂਰੀ ਦੁਨੀਆ ਭੋਗ ਰਹੀ ਹੈ ਇਸ ਵੇਲੇ ਜੀ। ਪਰਮਾਤਮਾ ਨੇ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਰਾਹ ਦਿਖਾ ਲਿਆ ਤੇ ਅਸੀਂ ਉਹ ਰਾਹ ਤੇ ਨਹੀਂ ਚੱਲੇ ਜੀ। ਸੋ ਜਿਹੜਾ ਮੈਸੇਜ ਉਹ ਵਨਨੈਸ ਹੈ ਕਿ ਦੇਖੋ ਪਰਮਾਤਮਾ ਤੇ ਇੱਕੋ ਹੀ ਹੈ, ਮੰਨਣਾ ਪਏਗਾ ਹੈ ਨਾ ਜੀ। ਬਾਈ ਡੈਫੀਨੇਸ਼ਨ ਦੋ ਹੋ ਹੀ ਨਹੀਂ ਸਕਦੇ ਜੀ। ਫਿਰ ਗੁਰਬਾਣੀ ਦੇ ਵਿੱਚ ਸਭ ਤੋਂ ਵੱਡਾ ਇੱਕ ਇਹ ਵੀ ਮੈਸੇਜ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਇੱਕ ਬਾਣੀ ਅੰਮ੍ਰਿਤ ਸਾਰੇ। ਬਿਲਕੁਲ। ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ। ਕਿ ਗੁਰੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਫਰਕ ਕੋਈ ਨਹੀਂ ਜੀ। ਤੇ ਉਹੀ ਨਾਨਕ ਬਾਬਾ ਜੀ 10ਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਾਮੇ ਦੇ ਵਿੱਚ ਦੱਸ ਰਹੇ ਨੇ ਤੇ ਗੁਰੂ ਤੇ ਚੇਲੇ ਦੇ ਵਿੱਚ ਵੀ ਕਹਿੰਦੇ ਕੋਈ ਫਰਕ ਨਹੀਂ ਜੀ। ਇੱਕ ਆਮ ਆਦਮੀ ਨੂੰ ਰੱਬ ਦਾ ਰੂਪ ਬਣਾ ਦਿੱਤਾ, ਇਹ ਤੋਂ ਵੱਡਾ ਮਿਸ਼ਨ ਹੋਰ ਕੀ ਹੋ ਸਕਦਾ ਜੀ। ਪਰਮਾਤਮਾ ਵੀ ਇੱਕ ਹੈ, ਗੁਰੂ ਵੀ ਇੱਕੋ ਹੀ ਹੈ ਜਿਹੜਾ ਤੁਹਾਨੂੰ ਸਹੀ ਪਰਮਾਤਮਾ ਨਾਲ ਜੋੜਦਾ ਜੀ। ਧਰਮ ਵੀ ਇੱਕੋ ਹੀ ਹੈ, ਇਨਸਾਨੀਅਤ ਜੀ। ਤੇ ਧਰਮ ਤੋਂ ਬਾਅਦ ਵੇ ਦੁਨੀਆ ਵਨ ਵਰਲਡ ਤੇ ਵਨ ਫੈਮਿਲੀ, ਇਹ ਜਿਹੜਾ ਵਨਨੈਸ ਦਾ ਮੈਸੇਜ ਹੈ, ਵਨ ਗੋਡ, ਵਨ ਗੁਰੂ, ਵਨ ਰਿਲੀਜਨ, ਵਨ ਵਰਲਡ, ਵਨ ਫੈਮਿਲੀ ਜੀ। ਇਹ ਚਾਹੁੰਦੇ ਆ ਕਿ ਇਹੋ ਹੀ ਮਿਸ਼ਨ ਹੈ ਕਲਗੀਧਰ ਟਰੱਸਟ ਦਾ ਕਿ ਦੁਬਿਧਾ ਛੋੜ ਪਏ ਨਿਰੰਕਾਰੀ, ਜਿਹੜੀ ਮਨ ਦੇ ਵਿੱਚ ਦੁਬਿਧਾ ਇਹਨੂੰ ਕਿਸ ਤਰ੍ਹਾਂ ਕੱਢ ਦਿੱਤਾ ਜਾਵੇ। ਜੀ। ਹਰ ਇਨਸਾਨ ਜੋ ਪਿਆਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਇਹਨਾਂ ਦੇ ਥਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਮਿਲ ਰਿਹਾ, ਉਸ ਪਿਆਰ ਨੂੰ ਅਸੀਂ ਜੀਵਨ 'ਚ ਅਪਣਾ ਲਈਏ ਤੇ ਦੁਨੀਆ ਇਹ ਸਵਰਗ ਹੈ, ਇੱਥੇ ਦੁਨੀਆ, ਇੱਥੇ ਤੁਹਾਡਾ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਉਹ ਇਸ ਤਰ੍ਹਾਂ ਦੀ ਸੰਗਤ ਹੋ ਜਾਏਗੀ ਜਿਹਦੇ 'ਚ ਪਰਮਾਤਮਾ ਤੁਹਾਨੂੰ ਨਜ਼ਰ ਆਏਗਾ, ਹਰ ਇੱਕ ਦੇ ਵਿੱਚ ਪਰਮਾਤਮਾ ਨਜ਼ਰ ਆਏਗਾ ਜੀ। ਬਿਲਕੁਲ ਜੀ। ਇਸ ਦਾ ਮੈਸੇਜ ਹੈ ਨਾ, ਸੰਗਤ ਅੱਗੇ ਬੇਨਤੀ ਹੈ ਕਿ ਇਸ ਰਾਹ ਦੇ ਉੱਤੇ ਆ ਜਾਓ, ਇਕੱਠੇ ਚੱਲੀਏ, ਬਾਕੀ ਸਾਰਾ ਚਾਨਣਾ ਨਾਲ ਦੀ ਨਾਲ ਹੁੰਦਾ ਜਾਏਗਾ ਜੀ। ਬਿਲਕੁਲ ਜੀ। ਬਿਲਕੁਲ ਜੀ। ਜਦੋਂ ਇਨਸਾਨ ਕੱਲਾ ਤੁਰਦਾ ਤੇ ਕੱਲਾ ਹੁੰਦਾ, ਜਦੋਂ ਦੁਨੀਆ ਨਾਲ ਆ ਜਾਂਦੇ ਕਾਫਲਾ ਬਣ ਜਾਂਦਾ ਜੀ। ਬਿਲਕੁਲ ਜੀ। ਸੰਪਰਕ ਕੌਰ ਜੀ, ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਾਂਗਾ ਜੀ ਕਿ ਜਿਸ ਤਰ੍ਹਾਂ ਵਾਕ ਟੂ ਸੇਵ ਹੈ, ਹੁਣ ਤੁਸੀਂ ਕਰ ਰਹੇ ਹੋ, ਕੁਝ ਸਾਲ ਪਹਿਲਾਂ ਵੀ ਆਈ ਥਿੰਕ ਤੁਸੀਂ ਵਾਕ ਟੂ ਸੇਵ ਕੀਤੀ ਸੀਗੀ, ਉਹਦਾ ਕੀ ਐਕਸਪੀਰੀਅੰਸ ਸੀਗਾ ਤੁਹਾਡਾ ਜੀ, ਪੁਰਾਣੀ ਕੀਤੀ ਹੋਈ ਵਾਕ ਟੂ ਸੇਵ ਦਾ ਜੀ? ਹਾਂਜੀ, ਉਹਦਾ ਐਕਸਪੀਰੀਅੰਸ ਬਹੁਤ ਐਨਰਿਚਿੰਗ ਸੀਗਾ ਔਰ ਉਹ ਹੁਣ ਵੀ ਮੈਨੂੰ ਸੋਚ ਕੇ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਉਸ ਇਵੈਂਟ ਬਾਰੇ, ਕਿਉਂਕਿ ਇੰਨਾ ਉਹਦੇ 'ਚ ਉਤਸ਼ਾਹ ਸੀ, ਜੋਏ ਸੀ। ਤੇ ਪਰ ਸਾਰਿਆਂ ਤੋਂ ਜਿਹੜੀ ਚੀਜ਼ ਰਿਮਾਰਕੇਬਲ ਸੀ, ਉਹ ਜਿੱਦਾਂ ਅੱਜ ਕੱਲ ਬਹੁਤ ਔਖਾ ਆ ਸਿਆਣਿਆਂ ਨੂੰ ਤਾਂ ਨਿਆਣਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ, ਕਿਉਂਕਿ ਇੰਟਰਸਟ ਇੰਨੇ ਸਾਰਿਆਂ ਦੇ ਜੁਦੇ ਜੁਦੇ ਹੁੰਦੇ ਆ। ਪਰ ਉਸ ਵਾਕ ਟੂ organize ਵੀ youth ਨੇ ਕੀਤੀ ਸੀ, so there was a lot of youth participation, there was families came together as like you know, and ਬਜ਼ੁਰਗ ਸੀ, so ਸਭ ਕੋਈ ਤੁਰ ਕੇ, ਕੋਈ ਸਾਈਕਲ ਤੇ, ਕੋਈ ਦੌੜ ਕੇ, ਜਿੱਦਾਂ ਆਪਣੀ ਆਪਣੀ ਐਬਿਲਿਟੀ ਦੇ ਨਾਲ। ਪਰ ਸਾਰਿਆਂ ਤੋਂ ਚੰਗੀ ਗੱਲ ਇਹ ਸੀ ਕਿ ਉੱਥੇ ਮਾਹੌਲ ਬਹੁਤ ਸੋਹਣਾ ਬਣਿਆ ਸੀ ਔਰ
ਸਾਰਿਆਂ 'ਚ ਕਾਮਨੈਲਿਟੀ ਇਹ ਸੀਗੀ ਵੀ ਉਹ ਮਿਸ਼ਨ ਸਾਂਝਾ ਸੀ ਸਾਰਿਆਂ ਲਈ, ਕਿਉਂਕਿ ਸਭ ਉੱਥੇ ਇੱਕ ਹੀ ਪਰਪਸ ਲਈ ਇਕੱਠੇ ਹੋਏ ਸੀ। ਤਾਂ ਉਦਾਂ ਵੀ ਜਿੱਦਾਂ ਕਹਿੰਦੇ ਨੇ ਵੀ ਸਪੋਰਟਸ ਬ੍ਰਿੰਗਸ ਪੀਪਲ ਟੁਗੇਦਰ, ਸੋ ਕੋਈ ਇਦਾਂ ਦਾ ਇਵੈਂਟ ਹੋਵੇ ਉਹਦੇ ਨਾਲ ਫਿਰ ਖਾਸ ਕਰਕੇ ਇਦਾਂ ਦਾ ਈਜ਼ੀ ਇਵੈਂਟ ਵੀ ਚੱਲਣਾ ਹੀ ਆ, ਉਹ ਤਾਂ 4 ਸਾਲ ਦਾ ਬੱਚਾ ਵੀ ਚੱਲ ਸਕਦਾ ਆ। ਸੋ ਦੇयर ਇਜ਼ ਨੋ ਲਿਮਿਟ ਹੀਅਰ ਵੀ ਕੌਣ ਨਹੀਂ ਪਾਰਟਿਸਿਪੇਟ ਕਰ ਸਕਦਾ, ਕੌਣ ਕਰ ਸਕਦਾ ਆ। ਬਿਲਕੁਲ 100 year old ਕੈਪਟਨ ਟੌਮ, ਨਾਓ ਕਰਨਲ ਟੌਮ ਆਈ ਥਿੰਕ, ਉਹ ਦੇਖੋ ਆਪਣੇ ਵਾਕਿੰਗ ਫਰੇਮ ਲੈ ਕੇ ਚੱਲੇ। ਇਸ ਤੋਂ ਬਾਅਦ ਇਨਸਪੀਰੇਸ਼ਨ ਕੀ ਹੈਗੀ ਆ ਕਿ 100 ਸਾਲ ਦੇ ਬਜ਼ੁਰਗ ਵੀ ਪਾਰਟਿਸਿਪੇਟ ਕਰ ਸਕਦੇ ਨੇ ਇਦਾਂ ਦੇ ਇਵੈਂਟ ਦੇ ਵਿੱਚ। ਸੋ ਇਹਦਾ ਇਹ ਇੱਕ ਇਹੋ ਜਿਹਾ ਈਜ਼ੀ ਤਰੀਕਾ ਆ ਸਾਰਿਆਂ ਨੂੰ ਇਕੱਠੇ ਹੋਣ ਦਾ, ਇੱਕ ਪਰਿਵਾਰ ਨੂੰ। ਔਰ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਇਹ ਜਿਹੜਾ ਇਹਦੀ ਹੁਣ ਆਪਾਂ ਘਰੇ ਵਿਆਹ ਕਰਨਾ ਹੋਵੇ, ਇਕੱਲੇ ਬਹਿ ਕੇ ਕਰ ਲਓ, ਉਹਦਾ ਉਹ ਆਨੰਦ ਨਹੀਂ ਆਉਂਦਾ ਜਦ ਤੱਕ ਤੁਸੀਂ ਸਾਰੇ ਫਰੈਂਡਸ, ਫੈਮਲੀਜ਼, ਰਿਲੇਟਿਵ ਸਭ ਨੂੰ ਇਕੱਠੇ ਨਹੀਂ ਕਰਦੇ। 500 1000 ਬੰਦਾ ਇਕੱਠਾ ਹੁੰਦਾ ਤੇ ਫਿਰ ਤੁਸੀਂ ਕਹਿੰਦੇ ਆ ਵੀ ਬਹੁਤ ਸੋਹਣਾ ਵਿਆਹ ਹੋਇਆ ਜੀ, ਸਾਰੇ ਆਏ ਸੀ। ਸੋ ਅਸੀਂ ਕਹਿੰਦੇ ਆ ਵੀ ਇਸ ਇਵੈਂਟ ਤੇ ਵੀ ਸਾਰੇ ਆਓ, ਲੈਟਸ ਜਸਟ ਗੈਟ ਟੁਗੇਦਰ ਔਰ ਉਹ ਖੁਸ਼ੀ ਮਨਾਈਏ ਜਿਹੜੀ ਆਪਾਂ ਨੂੰ ਮਨਾਉਣੀ ਚਾਹੀਦੀ ਆ ਇਸ ਐਪਿਕ ਈਅਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾ ਰਹੇ ਆ। ਇਹਨੂੰ ਇਹਦਾ ਤਾਂ ਹੀ ਸਵਾਦ ਆਉਣਾ ਆ ਜੇ ਸਾਰੇ ਇੱਕ ਦੂਜੇ ਦੀ ਬਾਂਹ ਫੜ ਕੇ ਆਪਾਂ ਕਹੀਏ ਹਾਂ ਮੈਂ ਵੀ ਚੱਲੂੰਗਾ, ਮੈਂ ਵੀ ਚੱਲੂੰਗਾ, ਤਾਂ ਉਹਨੂੰ ਇੰਨੀ ਜਿੱਦਾਂ ਕਹਿੰਦੇ ਆ ਨਾ, ਸਪਰੈਡ ਇਟ ਲਾਈਕ ਵਾਈਲਡ ਫਾਇਰ, ਤੇ ਉਹ ਬੇਕਾਬੂ ਹੋ ਕੇ ਇਹ ਇੰਨਾ ਫੈਲੇ ਤਾਂ ਕਿ ਕਿਉਂਕਿ ਜਿੱਦਾਂ ਹੁਣ COVID-19 ਆ ਫੈਲ ਰਿਹਾ ਆ, ਇਹਨੇ ਸਾਨੂੰ ਘਰਾਂ 'ਚ ਬੰਦ ਕਰਤਾ। ਸੋ ਇਦਾਂ ਹੀ ਆ, ਜੇ ਬੈਡਨੈਸ ਫੈਲ ਸਕਦੀ ਆ ਤਾਂ ਗੁੱਡਨੈਸ ਵੀ ਫੈਲ ਸਕਦੀ ਆ। ਬਿਲਕੁਲ। ਸੋ ਇਹ ਹੁਣ ਆਪਣੇ ਕੋਲੇ ਓਪਰਚੁਨਿਟੀ ਆ ਇਹ ਗੁੱਡਨੈਸ ਫੈਲਾਉਣ ਦੀ। ਔਰ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਇੰਨੀ ਯੂਨੀਵਰਸਲ ਆ, ਇੰਨੀ ਯੂਨੀਕ ਆ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਔਰ ਅਟਵਾਲ ਜੀ ਵੀ ਕਹਿ ਰਹੇ ਨੇ ਵੀ ਇਹਦੇ 'ਚ ਕੋਈ ਰੇਖ ਹੋ ਹੀ ਨਹੀਂ ਸਕਦੀ ਕਿਸੇ ਵੀ ਐਂਗਲ ਤੋਂ। ਸੋ ਇਹਦੇ ਲਈ ਆਪਾਂ ਨੂੰ ਕੋਈ ਵਿਤਕਰੇ 'ਚ ਆਉਣ ਦੀ ਲੋੜ ਨਹੀਂ ਵੀ ਮੈਂ ਮੰਨਦਾ ਜੀ, ਮੈਂ ਨਹੀਂ ਮੰਨਦਾ, ਕਿਉਂਕਿ ਇਹ ਕੋਈ ਇੰਨਾ ਸਿੰਪਲ ਲਾਈਫ ਦੀ ਫਿਲਾਸਫੀ ਆ ਕਿ ਉਹ ਠੀਕ ਗਲਤ ਹੋਣ ਦਾ ਉਹਦੇ 'ਚ ਮਤਲਬ ਹੀ ਨਹੀਂ ਹੁੰਦਾ, ਕਿਉਂਕਿ ਜੋ ਵੀ ਦੱਸਿਆ ਆ, ਜੋ ਉਹਨਾਂ ਨੇ ਸਾਨੂੰ ਰਾਹ ਦਿਖਾਇਆ ਆ, ਟੋਲਰੈਂਸ ਦਾ, ਹੋਪ ਦਾ, ਯੂਨਿਟੀ ਦਾ, ਇਹ ਸਾਰੀਆਂ ਚੀਜ਼ਾਂ ਤੇ ਵਰਲਡ ਵਾਈਡ ਐਕਸੈਪਟੇਬਲ ਨੇ। ਸੋ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਵੀ ਅਸੀਂ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਇਸ, ਕਿਉਂਕਿ ਅੱਜ ਕੱਲ ਰਿਲੀਜਨ ਤੋਂ ਸਾਰੇ ਥੋੜਾ ਜਿਹਾ ਦੂਰ ਦੌੜਦੇ ਨੇ, ਖਾਸ ਕਰਕੇ ਛੋਟੇ ਯੰਗ ਜਨਰੇਸ਼ਨ, ਕਿਉਂਕਿ ਰਿਲੀਜਨ ਨੂੰ ਜੋ ਗਰਬ ਪਹਿਨਾਈ ਹੋਈ ਆ ਨਾ ਉਹ ਤੋਂ ਡਰਦੇ ਨੇ। ਸੋ ਇਹ ਜਿਹੜਾ ਹੈਗਾ ਆ ਇਹ philosophy, ਤਾਂ ਹੀ ਮੈਂ ਕਹਿੰਦੀ ਆ ਵੀ let's look at the philosophy of Guru Nanak, not what is being preached or written in the school textbooks. So ਉਹਨੂੰ ਆਪ ਸਾਰੇ ਬੱਚੇ ਪੜ੍ਹੋ, ਸਾਰੇ ਦੇਖੋ। ਟੋਲਰੈਂਸ ਦੀ ਗੱਲ ਕਰੀਏ ਜੇ ਆਪਾਂ, ਟੋਲਰੈਂਸ ਇੱਕ ਸਾਖੀ ਮੈਂ ਆਪ ਹੁਣ ਮੈਨੂੰ ਇੰਨੀ ਸ਼ਰਮ ਵੀ ਆ ਰਹੀ ਹੈ ਦੱਸਦਿਆਂ ਨੂੰ ਕਿ 60 ਸਾਲਾਂ ਦੀ ਉਮਰ 'ਚ ਆ ਕੇ ਮੈਨੂੰ ਥੋੜਾ ਜਿਹਾ ਦੇਖਿਆ ਵੀ ਗੁਰੂ ਨਾਨਕ ਦੇਵ ਜੀ ਦਾ ਅਸਲੀ ਜੀਵਨ ਕੀ ਸੀ। ਤਾਂ ਉਹ ਇੱਕ ਸਾਖੀ ਜੋ ਮੈਂ ਜੀਵਨ 'ਚ ਹੁਣ ਪਹਿਲੀ ਵਾਰੀ ਪੜ੍ਹੀ ਆ ਵੀ ਉਹ ਕਿਸੇ ਪਿੰਡ ਗਏ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਆਦਰ ਮਾਣ ਨਹੀਂ ਦਿੱਤਾ, ਤਾਂ ਉਹਨਾਂ ਦਾ ਬੇਇੱਜ਼ਤੀ ਵੀ ਕੀਤੀ, ਜੋ ਵੀ ਸੀਗਾ। ਫਿਰ ਵੀ ਗੁਰੂ ਨਾਨਕ ਦੇਵ ਜੀ ਉੱਥੇ ਟਿਕੇ, ਉਹਨਾਂ ਨੂੰ ਆਸ਼ੀਰਵਾਦ ਦੇ ਕੇ ਆਏ ਵੀ ਤੁਸੀਂ ਵਸਦੇ ਰਹੋ। ਤੇ ਨਾਲ ਦੇ ਪਿੰਡ ਵਾਲਿਆਂ ਨੇ ਉਹਨਾਂ ਦਾ ਬਹੁਤ ਆਦਰ ਮਾਣ ਕੀਤਾ, ਉਹਨਾਂ ਨੂੰ ਕਿਹਾ ਉੱਜੜ ਜਾਓ। ਸੋ ਇਹ ਗੱਲਾਂ ਵਸਣ ਤੋਂ ਉੱਜੜਨ ਦੀ ਨਹੀਂ, ਇਹਦੇ ਚ ਉੱਥੇ ਹੀ ਆ ਜਾਂਦੀ ਗੱਲ। ਇਹਦਾ ਡੀਪ ਮੀਨਿੰਗ ਦੇਖੀਏ ਕੀ ਸੀ, ਬਈ ਟੋਲਰੈਂਟ ਹੋਵੋ, ਜਿਹੜਾ ਤੁਹਾਡੇ ਨਾਲ ਨਹੀਂ ਅਗਰੀ ਕਰਦਾ ਉਹਦੇ ਨਾਲ ਲੜਾਈ ਝਗੜੇ ਕਰਨ ਦੀ ਲੋੜ ਨਹੀਂ। ਉਹ ਆਪੇ ਜਦੋਂ ਗੁਰੂ ਨੇ, ਉਹ ਵੀ ਭਾਣੇ 'ਚ ਹੀ ਹੋ ਰਿਹਾ ਆ, ਜੋ ਵੀ ਹੋ ਰਿਹਾ ਆ ਉਹ ਵੀ ਭਾਣੇ 'ਚ ਹੋ ਰਿਹਾ ਆ, ਉਹਨੂੰ ਮੰਨ ਲਓ, ਠੀਕ ਆ, ਉਹਨੂੰ ਫੈਲਾਉਣ ਦੀ ਲੋੜ ਨਹੀਂ।
ਨਾ ਨਿੰਦਾ ਕਰਕੇ ਤਾਂ ਨਾ ਉਹਨੂੰ ਉਤਸ਼ਾਹ ਦੇ ਕੇ, ਤੇ ਜਿਹੜਾ ਕੋਈ ਚੰਗਾ ਕਰਦਾ ਆ ਉਹਨੂੰ ਜ਼ਰੂਰ ਸ਼ੇਅਰ ਕਰੋ। ਔਰ ਉਸੇ ਮਾਡਲ ਤੇ ਅਸੀਂ ਸਾਰੇ ਹੁਣ ਇਸੇ ਹੀ ਇਹ ਜੋ ਕਲਗੀਧਰ ਟਰਸਟ ਦਾ ਮਿਸ਼ਨ ਆ, ਉਹ ਪਿੰਡ ਦਾ ਮੈਸੇਜ ਫੈਲਾਉਣ ਵਾਲੀ ਗੱਲ ਆ ਵੀ ਇਹ ਘਰ ਘਰ ਪਹੁੰਚ ਜਵੇ ਹੁਣ ਕਿਸੇ ਤਰੀਕੇ ਦੀ, ਤਾਂ ਕਿ ਅਸੀਂ ਦੱਸਣ ਤੋਂ ਘਾਟ ਕਰਕੇ ਨਾ ਲੋਕੀ ਪਿੱਛੇ ਰਹਿ ਜਾਣ ਇਹਦੇ ਚ ਪਾਰਟਿਸਿਪੇਟ ਕਰਨ। ਜੀ ਬਿਲਕੁਲ ਜੀ, ਹਾਂਜੀ ਬਿਲਕੁਲ ਜੀ ਬਿਲਕੁਲ। ਤੁਸੀਂ ਦੱਸਿਆ ਕਿ ਜਿਹੜੀ ਪਿਛਲੀ ਵਾਕ ਟੂ ਸੇਮ ਸੀ ਉਹਦੇ ਵਿੱਚ ਕਾਫੀ ਐਂਥੂਸੀਆਜ਼ਮ ਦੇ ਨਾਲ ਬਜ਼ੁਰਗਾਂ ਨੇ ਵੀ, ਕਿੰਨੇ ਹੀ 올ਡ ਏਜ ਲੋਕਾਂ ਨੇ ਵੀ ਪਾਰਟਿਸਿਪੇਟ ਕੀਤਾ, ਬੱਚਿਆਂ ਨੇ ਵੀ ਕੀਤਾ, ਕਿਉਂਕਿ ਹੈ ਬੜੀ ਸਿੰਪਲ ਚੀਜ਼ ਹੈ। ਮਤਲਬ ਅਟਵਾਲ ਜੀ ਇੱਕ ਗੱਲ ਹੈ ਕਿ ਹੁਣ ਇਹ ਜਿਸ ਤਰ੍ਹਾਂ ਹੁਣ ਆਈ ਥਿੰਕ ਇਹ ਇਸ ਦਾ ਪਰਫੈਕਟ ਟਾਈਮ ਕਿ ਕੋਵਿਡ-19 ਵੀ ਚੱਲ ਰਿਹਾ ਤੇ ਕੋਵਿਡ-19 ਦੇ ਇਫੈਕਟ ਵੀ ਚੱਲ ਰਹੇ ਹੈ। ਉਹ ਇਫੈਕਟ ਸਿਰਫ ਫਾਈਨੈਂਸ਼ੀਅਲ ਇਫੈਕਟ ਨਹੀਂ ਹੈ, ਹੈਲਥ ਤੇ ਵੀ ਇਫੈਕਟ ਹੋ ਰਿਹਾ। ਸੋ ਕਿਤੇ ਨਾ ਕਿਤੇ ਸਮੇਂ ਦੀ ਲੋੜ ਵੀ ਸੀ ਕੁਝ ਇਸ ਤਰ੍ਹਾਂ ਦੇ ਈਵੈਂਟ, ਚਾਹੇ ਗਵਰਨਮੈਂਟ ਕਰੇ ਜਾਂ ਕੋਈ ਆਰਗੇਨਾਈਜੇਸ਼ਨਸ ਕਰੇ। ਸੋ ਤੁਹਾਨੂੰ ਲੱਗਦਾ ਕਿ ਇਹ ਇੱਕ ਤੀਰ ਨਾਲ ਕਈ ਨਿਸ਼ਾਨੇ ਹੋ ਸਕਦੇ ਆ? ਬਿਲਕੁਲ ਜੀ, ਇਸ ਵੇਲੇ ਜੋ ਸਭ ਤੋਂ ਵੱਡੀ ਪ੍ਰਾਇੋਰਟੀ ਹੈ, ਜਿਹੜਾ ਕੋਵਿਡ-19 ਦਾ ਚੈਲੰਜ ਹੈ, ਇਹ ਬੜਾ ਸਾਈਕੋਲੋਜੀਕਲੀ, ਸੋਸ਼ਲੀ, ਇਕਨੋਮਿਕਲੀ ਹਰ ਇੱਕ ਫੈਮਿਲੀ, ਹਰ ਇੱਕ ਇਨਸਾਨ ਨੂੰ ਅਫੈਕਟ ਕਰ ਰਿਹਾ ਹੈ। ਉਹ ਤੋ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਬਾਰੇ ਥੋੜਾ ਜਿਹਾ ਵੀ ਉਧਰ ਨੂੰ ਧਿਆਨ ਜਾਣਾ, ਤੇ ਤੁਸੀਂ ਫਿਜ਼ੀਕਲੀ ਘਰੋਂ ਬਾਹਰ ਨਿਕਲਣਾ, ਹਰ ਇੱਕ ਸਟੈਪ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਨਾ, ਇਹ ਬਹੁਤ ਬੜੀਆਂ ਗੱਲਾਂ ਨੇ ਉਹ ਜੀ। ਤੇ ਇਟਸ ਨੈਵਰ ਟੂ ਲੇਟ ਟੂ ਸਟਾਰਟ ਔਨ ਦਿਸ ਪਾਥ। ਕਿ ਆਇਓ ਗਾਲ ਮਾਰ ਕੇ ਬੀਚ ਨਾ ਆਇਓ, ਜਿਹਨੂੰ ਮਨ ਤੋਂ ਦੁਵਿਧਾ ਆਏ ਕਿੱਥੇ ਅਸੀਂ ਖੜੇ ਹਾਂ ਅੱਜ, ਅਸੀਂ ਕਿਹੜੀ ਤਰੱਕੀ, ਅਸੀਂ ਐਕੈਡੈਮਿਕ ਕੁਆਲੀਫਿਕੇਸ਼ਨਸ ਬਹੁਤ ਲੈ ਲਈਆਂ, ਅਸੀਂ ਪੈਸੇ ਬਹੁਤ ਕਮਾ ਲਏ, ਬਟ ਵੇਅਰ ਡੂ ਵੀ ਸਟੈਂਡ ਟੁਡੇ? ਜੀ ਇਟਸ ਦ ਟਾਈਮ ਫॉर ਸਟਾਕ ਟੇਕਿੰਗ ਦੇ ਵਿੱਚ ਆ ਰਿਹਾ ਵੀ ਅਸੀਂ ਤੇ ਬੱਚੇ ਕੁਝ ਨਹੀਂ ਹੈ। ਕੋਵਿਡ-19 ਤੁਹਾਡੀ ਜ਼ੀਰੋ ਹੋ ਗਈਆਂ, ਤੁਹਾਡੇ ਕੋਲ ਅੱਜ ਕੋਈ ਟ੍ਰੀਟਮੈਂਟ ਹੈ ਨਹੀਂ, ਇਹਦਾ ਟ੍ਰੀਟਮੈਂਟ ਹੀ ਹੈ ਨਹੀਂ ਬਿਮਾਰੀ ਦਾ ਜੀ। ਤਾਂ ਕਿੱਥੇ ਗਈ ਸਾਡੀ ਰਿਸਰਚ? ਅਸੀਂ ਪਰਮਾਤਮਾ ਅੱਗੇ ਨਾ ਕਦੀ ਹੋਵਾਂਗੇ ਨਾ ਕਦੀ ਹੋਣਾ, ਜਿਹੜਾ ਬੇਅੰਤ ਹੈ ਉਹਨੂੰ ਬੇਅੰਤ ਹੀ ਰਹਿਣਾ ਜੀ। ਬਿਲਕੁਲ, ਸਾਨੂੰ ਜੋ ਪਰਮਾਤਮਾ ਨੇ ਐਡੀ ਵੱਡੀ ਕੁਦਰਤ ਸਾਜ ਕੇ ਸਾਨੂੰ ਇੱਕ ਨਜ਼ਾਰਾ, ਜੋ ਸੁੱਖ ਦਿੱਤੇ ਆ, ਅਸੀਂ ਉਹਨਾਂ ਸੁੱਖਾਂ ਨੂੰ ਮਾਣਿਆ ਨਹੀਂ। ਜੋ ਇਹ ਸੁੱਖ ਉਹ ਹੁਣ ਇਹ ਹੈ ਕਿ ਇਹਦੇ ਵਿੱਚ ਲੈਸਨ, ਕਿਉਂਕਿ ਹਾਲੇ ਵੀ ਅਸੀਂ ਸਾਰੀ ਜਿੰਨੀ ਵੀ ਐਫਰਟ ਆ ਉਹ ਸਾਰੀ ਇਕਨੋਮਿਕ ਰਿਕਵਰੀ ਤੇ ਲੱਗੀ ਹੋਈ ਹੈ ਜੀ। ਜਿਹੜਾ ਇਹਦਾ ਅਧਿਆਤਮਕ ਸਾਈਡ ਹੈ, ਸਪਿਰਿਚੁਅਲ ਸਾਈਡ ਹੈ, ਉਸ ਪਾਸੇ ਨੂੰ ਹਾਲੇ ਵੀ ਅਸੀਂ ਤੁਰਨ ਨੂੰ ਤਿਆਰ ਨਹੀਂ। ਬਹੁਤ ਵੱਡਾ ਇਸੇ ਬਲੈਸਿੰਗ ਇਨ ਡਿਸਗਾਈਜ਼, ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਜੇ ਇਸ ਦੁੱਖ ਦੇ ਵਿੱਚੋਂ ਸਾਨੂੰ ਇੱਕ ਇਸ ਤਰ੍ਹਾਂ ਦਾ ਦਾਰੂ ਜੋ ਹਰ ਇੱਕ ਬਿਮਾਰੀ ਦਾ ਇਲਾਜ ਹੈ ਜੀ, ਤੋ ਬਹੁਤ ਚੰਗੀ ਗੱਲ ਹੋਏਗੀ ਕਿ ਅਸੀਂ ਜਿੰਨੇ ਵੀ ਸਾਡੇ, ਖਾਸ ਕਰਕੇ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਕਿ ਵਸਦੇ ਰਹੋ ਉਜੜ ਜਾਓ ਵਾਲੀ ਕਹਾਣੀ ਦੇ ਹਿਸਾਬ ਦੇ ਨਾਲ ਹੁਣ ਸਿੱਖ ਹਰ ਇੱਕ ਕੋਨੇ ਵਿੱਚ ਫੈਲੇ ਹੋਏ ਨੇ ਜੀ। ਤੇ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੀ ਹੈ ਕਿ ਭਾਈ ਤੁਸੀਂ ਇਹ ਮੈਸੇਜ, ਇਹ ਇਕੱਲਾ ਪੰਜਾਬ ਲਈ ਨਹੀਂ ਮੈਸੇਜ, ਪੂਰੀ ਦੁਨੀਆ 'ਚ ਮੈਸੇਜ ਫੈਲਾਓ ਇਹੋ। ਤੋ ਅਸੀਂ ਫੈਲੇ ਹੋਏ ਹਾਂ ਪੂਰੀ ਦੁਨੀਆ ਦੇ ਵਿੱਚ। ਹੁਣ ਜਿਹੜੀ ਇਸ ਵੇਲੇ ਜ਼ਰੂਰਤ ਹੈ ਕਿ ਕੰਸੋਲੀਡੇਸ਼ਨ ਦੀ ਜੀ, ਕਿ ਅਸੀਂ ਅਲੱਗ-ਅਲੱਗ ਸਾਰੇ ਜਿੱਥੇ ਵੀ ਹੈ ਕਿ ਸਾਡਾ ਜਿਹੜਾ ਏਮ ਹੈ ਉਹ ਕੰਸੋਲੀਡੇਸ਼ਨ, ਕਿਉਂਕਿ ਲੀਡਰਸ਼ਿਪ ਸਾਡਾ ਵੀਕਨੈਸ ਪੁਆਇੰਟ ਹੈ। ਪਰ ਜਿਹੜੇ ਸਾਡੀ ਇੰਸਟੀਟਿਊਸ਼ਨਸ ਹੈ ਤੇ ਜੋ ਸਿੱਖਿਆ ਹੈ, ਜੋ ਖਜ਼ਾਨਾ ਹੈ, ਜੋ ਵੈਲਿਊਜ਼ ਹੈ, ਉਹਨਾਂ 'ਚ ਕੋਈ ਕਮੀ ਨਹੀਂ ਹੈਗੀ ਜੀ। ਕੰਸੋਲੀਡੇਸ਼ਨ ਪ੍ਰੋਸੈਸ ਹੈ ਉਹ ਆਪਣੇ ਆਪ ਹੀ, ਜਦੋਂ ਅਸੀਂ ਐਜੂਕੇਸ਼ਨ ਤੇ ਜ਼ੋਰ ਦੇਵਾਂਗੇ। ਪੰਜਾਬ ਦੇ ਵਿੱਚ 130 ਸਕੂਲ ਅੱਧੇ ਪੰਜਾਬ ਨੂੰ, 6500 ਪਿੰਡ ਨੂੰ ਕਵਰ ਕਰ ਰਹੇ ਨੇ। ਸਾਡਾ ਟਾਰਗੇਟ ਹੈ ਕਿ 500 ਸਕੂਲ ਤੱਕ ਕਿਸੇ ਪੈਟਰਨ ਤੇ ਪਹੁੰਚ ਜਾਂਦੇ ਆ ਤੇ ਪੂਰਾ ਪੰਜਾਬ ਨੂੰ ਕੋਈ ਹਿਲਾ ਨਹੀਂ ਸਕਦਾ, ਇੰਨਾ ਸਟਰੋਂਗ ਬੇਸ ਬਣ ਜਾਏਗਾ ਜੀ। ਤਾਂ ਸੰਗਤਾਂ ਅੱਗੇ ਮੁੜ ਕੇ ਫਿਰ ਇਹੀ ਬੇਨਤੀ ਹੈ ਕਿ ਜਿਹੜਾ ਰੀਬੂਟ ਪੰਜਾਬ ਦਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ, ਇਹਦੇ ਤੁਸੀਂ ਹਰ ਇੱਕ ਜਿਹੜਾ ਵੀ ਪ੍ਰੋਗਰਾਮ ਸੁਣ ਰਿਹਾ ਨਾਲ 10-10, 15-15 ਆਪਣੇ ਨਾਲ ਹੋਰ ਇਹਦੇ 'ਚ ਪਾਰਟਿਸਿਪੇਟ ਕਰੋ, ਰਜਿਸਟ੍ਰੇਸ਼ਨ ਕਰਾਓ, ਤੇ ਬਹੁਤ ਵੱਡਾ ਇੱਕ ਸਟਰੋਂਗ ਮੁਕਾਬਲਾ ਬਣ ਜਾਏ, ਜਿਹਦੇ ਵਿੱਚ ਪੰਜਾਬ ਦੀ ਅਸੀਂ ਹਰ ਇੱਕ ਖੁਸ਼ੀ ਲੱਭ ਸਕੀਏ, ਹਰ ਇੱਕ ਸਿੱਖ ਦੀ ਖੁਸ਼ੀ ਲੱਭ ਸਕੀਏ, ਇੱਕ ਐਸਾ ਲੀਡਰਸ਼ਿਪ ਲੱਭ ਸਕੀਏ ਜਿਹੜਾ ਕਿ ਜੋ ਇਸ ਪੰਥ ਦਾ ਮੋਟਿਵ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ ਜੀ। ਜਿਹੜਾ ਖਾਲਸ ਮਿਸ਼ਨ ਹੈ, ਪਿੱਛੇ ਟਰੂ ਵੈਲਿਊਜ਼ ਹੈ, ਖਾਲਿਸ ਵੈਲਿਊਜ਼ ਹੈ, ਉਹਨਾਂ ਦੇ ਹਿਸਾਬ ਨਾਲ ਇੱਕ ਬਹੁਤ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ। ਅਟਵਾਲ ਜੀ, ਮੈਂ ਐਗਰੀ ਕਰਦਾ ਤੁਹਾਡੇ ਨਾਲ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਮਤਲਬ ਰਜਿਸਟ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਸੰਗਤ ਇੱਕ ਪਲੱਸ ਪੁਆਇੰਟ ਹੈ ਜੀ, ਤੇ ਸਾਡੇ ਵੀਕਨੈਸਿਸ ਤਾਂ ਪਤਾ ਹੀ ਹੈ ਸਾਨੂੰ।
ਤੁਸੀਂ ਫਾਈਨਲ ਦੇ ਵਿੱਚ ਹੁਣ ਬਰੀਫ ਦੇ ਵਿੱਚ 2 ਲਾਈਨਾਂ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਸੰਗਤ ਨੂੰ, ਜੇ ਕੋਈ ਚੀਜ਼ ਮੈਂ ਪੁੱਛਣ ਤੋਂ ਰਹਿ ਗਿਆ ਹੋਵੇ? ਦੇਖੋ ਜੀ, ਗੁਰਬਾਣੀ ਦਾ ਫਰਮਾਨ ਹੈ ਕਿ ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਜੇ ਅਸੀਂ ਮੇਲ ਦੀ ਗੱਲ ਕਰਦੇ ਹਾਂ ਕਿ ਅਸੀਂ ਇੱਕ ਜੋਤ ਦੇ ਵਿੱਚੋਂ, ਅਸੀਂ ਇੱਕ ਜੋਤ ਦਾ ਹਿੱਸਾ ਆ, ਅਸੀਂ ਉਸ ਜੋਤ ਦੇ ਵਿੱਚ ਮੁੜ ਕੇ ਫਿਰ ਰਲਣਾ ਹੈ ਜੀ। ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੋ ਉਹ ਜਿਹੜਾ ਜੋ ਵਪਾਰ ਗੁਰੂ ਨਾਨਕ ਦੇਵ ਜੀ ਨੇ ਕੀਤਾ, ਜੋ ਸੱਚਾ ਸੌਦਾ ਗੁਰੂ ਨਾਨਕ ਦੇਵ ਜੀ ਨੇ ਕੀਤਾ, ਉਹੀ ਉਸੀ ਤੇ ਇਹੋ ਲਾਈਨ ਇਸ਼ਾਰਾ ਦੇ ਰਹੀ ਹੈ ਕਿ ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਜਿੰਨਾ ਚਿਰ ਅਸੀਂ ਗੁਰੂ ਨਾਨਕ ਦੇਵ ਜੀ ਵਾਲਾ ਵਪਾਰ ਨਹੀਂ ਕਰਦੇ, 13 ਵਾਲਾ ਵਪਾਰ ਨਹੀਂ ਕਰਦੇ ਤੇ ਸੱਚੇ ਸੌਦੇ ਵਾਲਾ ਕੰਮ ਨਹੀਂ ਕਰਦੇ, ਉਨਾ ਚਿਰ ਇਹ ਮੇਲ ਨਹੀਂ ਹੋਣਾ। ਰਾਹ ਇੱਕੋ ਹੀ ਹੈ। ਅਸੀਂ ਮਰਜੀ 84 ਲੱਖ ਜੂਨਾਂ ਦੇ 1 2 10 ਗੇੜੇ ਹੋਰ ਲਾ ਲਈਏ, ਇਹ ਰਾਹ ਐਂਡ ਤੇ ਉਹੀ ਹੈ। ਜਾਓ ਤੋਂ ਪ੍ਰੇਮ ਖੇਲਣ ਜਾਓ, ਤੇ ਧਰਤੀ ਗਲੀ ਮੁਰੀ ਆਓ। ਇਹ ਜਿਹੜੀ ਗੇਮ ਆਫ ਲਵ, ਇਹ ਗੇਮ ਆਫ ਲਵ ਸਾਨੂੰ ਇੱਕ ਵਾਰ ਖੇਲਣੀ ਪੈਣੀ ਹੈ, ਇਹਦੀ ਚੁਆਇਸ ਕੋਈ ਹੋਰ ਨਹੀਂ। ਤੋ ਸੰਗਤਾਂ ਅੱਗੇ ਫਿਰ ਇਹੀ ਆਖਰੀ ਬੇਨਤੀ ਹੈ ਕਿ ਵੱਧ ਚੜ ਕੇ ਵੋਕ ਟੂ ਸੇਵ 'ਚ ਰਜਿਸਟਰ ਕਰੋ। ਕਲਗੀਧਰ ਟਰੱਸਟ ਦੇ ਜਿੰਨੇ ਵੀ ਪ੍ਰੋਜੈਕਟ ਹੈ ਉਹਨਾਂ ਦੇ ਵਿੱਚ ਆਪਣਾ ਦਸਵੰਧ ਦਾ ਹਿੱਸਾ ਜ਼ਰੂਰ ਪਾਓ, ਤੇ ਇਹਦੇ ਵਿੱਚ ਵੀ ਵੱਧ ਤੋਂ ਵੱਧ ਅਵੇਅਰਨੈਸ ਰੇਜ਼ ਕਰੋ, ਤੇ ਆਪਣੇ ਜਸਟ ਗਿਵਿੰਗ ਦਾ ਪੇਜ ਸੈਟਅਪ ਕਰੋ, ਜਿੰਨੇ ਵੀ ਸਪਾਂਸਰਸ਼ਿਪ ਜੋ ਵੀ ਕਰ ਸਕਦੇ ਹੋ, ਕਿ ਬਹੁਤ ਹੀ ਵੱਡਾ ਮਿਸ਼ਨ ਹੈ। ਸੋ ਆਪਣੀ ਮਾਈ ਨੂੰ ਸਪਲੀ ਕਰੋ। ਜੀ ਬਿਲਕੁਲ ਜੀ, ਧੰਨਵਾਦ ਜੀ। ਸੰਪਤ ਕੌਰ ਜੀ, ਤੁਹਾਨੂੰ ਮੈਂ ਚਾਹਾਂਗਾ ਕਿ ਤੁਸੀਂ ਵੀ ਇੱਕ ਸੰਗਤਾਂ ਨੂੰ ਇੱਕ ਸ਼ਾਰਟ ਮੈਸੇਜ ਪਲੀਜ਼ ਜ਼ਰੂਰ ਦਿਓ, ਜੇਕਰ ਮੈਂ ਤੁਹਾਡੇ ਕੋਲ ਕੋਈ ਪੁੱਛਣਾ ਰਹਿ ਗਿਆ ਹੋਵੇ, ਤੁਸੀਂ ਕੋਈ ਹੋਰ ਗੱਲ ਕਰਨੀ ਹੋਵੇ ਬਰੀਫ ਦੇ ਵਿੱਚ ਜੀ। ਹਾਂਜੀ, ਦਸਵੰਧ ਤੇ ਜਿੱਦਾਂ ਵੀਰ ਜੀ ਨੇ ਕਿਹਾ, ਦਸਵੰਧ ਦੀ ਅਹਿਮੀਅਤ ਬਹੁਤ ਹੈ ਆਪਣੇ ਪੰਥ ਦੇ ਵਿੱਚ ਸਿੱਖਾਂ ਲਈ। ਇਹ ਦਸਵੰਧ ਕੱਢਣਾ ਤਾਂ ਸਿੱਖ ਦਾ ਧਰਮ ਹੈ ਇੱਕ ਤਰ੍ਹਾਂ ਨਾਲ, ਜਿੱਦਾਂ ਗੁਰੂ ਸਾਹਿਬ ਨੇ ਦੱਸਿਆ ਸਾਨੂੰ। ਸੋ ਮੈਂ ਤਾਂ ਇਹ ਕਹੂੰਗੀ ਕਿ ਦਸਵੰਧ ਇਜ਼ ਲਾਈਕ ਯੋਰ ਮੋਰਗੇਜ ਪੇਮੈਂਟ ਇਨ ਯੋਰ ਪਰਮਾਨੈਂਟ ਅਬੋਰਡ। ਜਿੱਥੇ ਸਾਰਿਆਂ ਨੇ ਜਾਣਾ ਨਾ, ਉਸ ਘਰ ਦੇ ਲਈ ਜੋ ਤੁਸੀਂ ਉੱਥੇ ਥਾਂ ਬਣਾਉਣੀ ਆ, ਉਹਦਾ ਦਸਵੰਧ ਤੁਹਾਡੀ ਪੇਮੈਂਟ ਹੈ ਇੱਕ ਤਰ੍ਹਾਂ। ਤੇ ਦੂਸਰਾ ਮੇਰਾ ਇੱਕ ਛੋਟਾ ਜਿਹਾ ਮੈਸੇਜ ਹੈਗਾ ਜਾਂ ਯੂਥ ਦੇ ਲਈ ਜੀ। ਯੂਥ ਇਸ ਇਨੀਸ਼ੀਏਟਿਵ ਦੇ ਵਿੱਚ ਯੂਥ ਦੀ ਪਾਰਟਿਸਿਪੇਸ਼ਨ ਦੀ ਬਹੁਤ ਲੋੜ ਹੈ ਔਰ ਅਹਿਮੀਅਤ ਵੀ ਹੈ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ। ਜੇ ਯੂਥ ਚਾਹੇ ਤਾਂ ਉਹ ਕਿਤੇ ਦਾ ਕਿਤੇ ਇਸ ਮਿਸ਼ਨ ਨੂੰ ਪਹੁੰਚਾ ਸਕਦੇ ਨੇ, ਕਿਉਂਕਿ ਜੋ ਸੁਨੇਹਾ ਹੈ ਪਹਿਲਾਂ ਉਹ ਆਪ ਦੇਖਣ ਸਮਝਣ ਤਾਂ ਫਿਰ ਇਸ ਸੁਨੇਹੇ ਦਾ ਸਾਥ ਦੇਣ, ਕਿਉਂਕਿ ਯੂਥ ਦਾ ਹੀ ਫਿਕਰ ਆ ਸਾਨੂੰ ਜੀ। ਜਿਹੜੀਆਂ ਡਰੱਗਸ ਦੀਆਂ ਪ੍ਰੋਬਲਮਸ ਨੇ, ਮੈਂਟਲ ਹੈਲਥ ਦੇ ਇਸ਼ੂਜ਼ ਨੇ। ਸੋ ਅਸੀਂ ਤਾਂ ਚਲੋ ਜਿੱਦਾਂ ਦਾ ਹੈਗਾ, ਹੁਣ ਸਮਾਂ ਨਿਕਲ ਗਿਆ, ਹੋਰ 10-20 ਸਾਲ ਚਲੇ ਜਾਣੇ ਨੇ, ਪਰ ਯੂਥ ਨੂੰ ਆਪਣੀ ਬਾਗਡੋਰ ਹੁਣ ਹੱਥਾਂ 'ਚ ਲੈਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਸਾਡਾ ਭਵਿੱਖ ਕਿੱਥੇ ਖੜਾ ਆ, ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਆਉਣ ਵਾਲੇ ਮਾੜੇ ਸਮੇਂ ਤੋਂ, ਕਿਉਂਕਿ ਅੱਜ ਕੱਲ ਇੰਨੇ ਜ਼ੋਰ ਤੇ ਹੈ ਮੈਂਟਲ ਹੈਲਥ, ਡਿਪਰੈਸ਼ਨ ਇਜ਼ ਸੋ ਮਚ ਔਨ ਦਾ ਹਾਈ। ਅਸੀਂ ਹੋਰ ਪਾਸਿਓਂ ਬਹੁਤ ਸਟਰੋਂਗ ਹੋ ਰਹੇ ਹਾਂ, ਪਰ ਮੈਂਟਲੀ ਵੀ ਆਰ ਗੈਟਿੰਗ ਵੀਕਰ, ਕਿਉਂਕਿ ਸਾਡੇ ਪੇਰੈਂਟਸ ਦਾ ਜਿਗਰਾ ਸਾਡੇ ਤੋਂ ਜ਼ਿਆਦਾ ਹੁੰਦਾ ਸੀ, ਸਾਡਾ ਥੋੜਾ ਫਿਰ ਵੀ ਠੀਕ ਆ, ਪਰ ਬੱਚੇ ਤਾਂ ਬਹੁਤ ਛੇਤੀ ਘਾਬਰਨ ਲੱਗ ਜਾਂਦੇ ਨੇ। ਸੋ ਨੀਡ ਟੂ ਕਿਉਂ ਘਾਬਰਦੇ ਨੇ? ਕਿਉਂਕਿ ਉਹ ਭਰੋਸਾ ਨਹੀਂ ਹੈਗਾ ਗੁਰੂ ਦਾ। ਸੋ ਉਸ ਕਨੈਕਸ਼ਨ ਨੂੰ ਬਣਾਉਣ ਲਈ ਕਿੰਨੇ ਤਰੀਕੇ ਨੇ, ਮਾਈਂਡਫੁਲਨੈਸ, ਇਹ ਸਾਰਾ ਕੁਝ ਹੀ ਉਹਨਾਂ ਦੇ ਕੋਲੇ ਆ। ਗੁਰੂ ਸਾਹਿਬ ਸਾਡੀ ਝੋਲੀ 'ਚ ਪਾ ਗਏ ਨੇ, ਸਾਨੂੰ ਸਿਰਫ ਖੋਜਣ ਦੀ ਲੋੜ ਆ। ਸੋ ਮੇਰਾ ਤਾਂ ਇਹ ਮੈਸੇਜ ਆ ਵੀ ਅਪੀਲ ਟੂ ਯੂਥ, ਮੇਕ ਗੁਰੂ ਨਾਨਕ ਫੈਸ਼ਨੇਬਲ, ਫੋਲੋ ਹਿਮ ਜਿੱਦਾਂ ਤੁਸੀਂ ਬਾਕੀਆਂ ਨੂੰ ਫੋਲੋ ਕਰਦੇ ਆ ਸੋਸ਼ਲ ਮੀਡੀਆ ਤੇ। ਉਹਦੇ 2 ਮਿਲੀਅਨ ਫੋਲੋਅਰਸ ਹੋ ਗਏ, ਉਹਦੇ 4 ਮਿਲੀਅਨ ਹੋ ਗਏ। ਇੱਕ ਵਾਰੀ ਚਾਂਸ ਤਾਂ ਦਿਓ, give Guru Nanak a chance and then see where it leads you. ਜੀ ਬਿਲਕੁਲ ਜੀ, ਕਿਉਂਕਿ ਖੋਲਣੇ ਜਿਹੜੇ ਅੱਜ ਕੱਲ ਜਿੱਦਾਂ ਉਹ ਦੱਸਦੇ ਸੀਗੇ ਨਸ਼ਾ ਛਡਾਊ ਕੇਂਦਰ ਖੋਲੋ ਜੀ, ਜਾਂ ਨਾਰੀ ਇੰਸਟੀਟਿਊਸ਼ਨਸ ਜਿੱਥੇ ਅਬਿਊਜ਼ਡ ਵਿਮਨ ਦੀ ਸ਼ੈਲਟਰ ਆ, ਜਾਂ ਜਿਹੜੇ ਫੀਮੇਲ ਇਨਫੈਂਟਿਸਾਈਡ ਵਾਲੇ ਨੇ, ਜਾਂ ਬੱਚੀਆਂ ਸਿੱਟ ਜਾਂਦੇ ਨੇ, ਇਹ ਇੰਸਟੀਟਿਊਸ਼ਨਸ ਧੱਬਾ ਨੇ ਆਪਣੇ ਸਿੱਖੀ ਦੇ ਨਾਂ ਤੇ। ਠੀਕ ਹੈ, ਉਹਨਾਂ ਦੀ ਸਪੋਰਟ ਕਰਦੇ ਆ, ਕਰਨੀ ਵੀ ਚਾਹੀਦੀ ਆ, ਪਰ why are they there in Guru Nanak's world? ਇਹ ਯੂਥ ਦੀ ਜ਼ਿੰਮੇਵਾਰੀ ਬਣਦੀ ਆ ਹੁਣ
ਤਾਂ ਕਿ ਬਿਲਕੁਲ ਜੀ, ਇਹਨਾਂ ਬਿਲਕੁਲ। ਚੀਜ਼ਾਂ ਤੇ ਪੈਸੇ ਖਰਚਣ ਦੀ ਬਜਾਏ ਆਪਾਂ ਸਮਾਜ ਨੂੰ ਐਜੂਕੇਟ ਕਰੀਏ, ਔਰ ਉਹ ਜੀ, ਐਜੂਕੇਟ ਬਿਲਕੁਲ। ਦੀ ਗੱਲ ਫਿਰ ਆ ਕੇ ਉੱਥੇ ਹੀ ਮੁੱਕਦੀ ਆ ਕਲਗੀਧਰ ਟਰਸਟ ਤੇ। ਕਿੰਨੇ ਜੀ, ਕਿਸਾਨ ਨੇ ਅੱਜ ਅਸੀਂ ਜਾਣਦੇ ਹਾਂ ਜਿਹੜੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਣ, ਕੈਂਬਰਿਜ ਬਿਲਕੁਲ ਜੀ। ਯੂਨੀਵਰਸਿਟੀ ਤੋਂ ਪੜ੍ਹੇ ਹੋਣ, ਇਦਾਂ ਬਿਲਕੁਲ। ਦਾ ਜੀਵਨ ਹੈ, ਇਦਾਂ ਦੀ ਬੈਕਗ੍ਰਾਉਂਡ ਹੈ ਇਹ ਸੰਸਥਾ ਦੀ। ਜੀ, So ਜੀ, youth should understand if nobody else. So I'll ਬਿਲਕੁਲ। appeal to youth to come on board with us on this journey. ਜੀ ਬਿਲਕੁਲ ਜੀ, ਧੰਨਵਾਦ ਜੀ, ਤੁਸੀਂ ਬੜਾ ਪਿਆਰਾ ਮੈਸੇਜ ਦਿੱਤਾ ਜੀ ਯੂਥ ਨੂੰ। ਤੇ ਸੰਗਤ ਟੀਵੀ ਵੱਲੋਂ ਅਸੀਂ ਵੀ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਇਨੀਸ਼ੀਏਟਿਵ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ ਇਸ ਸੰਸਥਾ ਨੂੰ, ਆਰਗੇਨਾਈਜੇਸ਼ਨ ਨੂੰ ਜੇਕਰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਡੋਨੇਟ ਕਰਨਾ ਚਾਹੁੰਦੇ ਹੋ ਕੋਵਿਡ-19 ਦੇ ਕਰਕੇ ਜਾਂ ਵਾਕ ਟੂ ਸੇਵ ਦੇ ਕਰਕੇ, ਤੁਸੀਂ ਸਾਡੇ ਟੀਵੀ ਸਕਰੀਨ ਤੇ ਆ ਰਹੇ ਕੰਟੈਕਟ ਨੰਬਰ ਤੇ ਵੈਬਸਾਈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ